ਸਾਰੀਆਂ ਐਂਟਰਟੇਨਮੈਂਟ ਦਾ ਸਾਧਨ ਹੈ ਟਿਕਟੌਕ। ਆ ਸਾਡੇ ਦੇਸ਼ ਦਾ ਯੂਥ ਬਹੁਤ ਸਾਰਾ ਇਹੋ ਜਿਹੀ ਐਪ 'ਚ ਫਸਿਆ ਹੋਇਆ ਸੀ। ਔਰ ਇੱਕ ਜਿਹੜਾ ਆਈਟੀ ਲਾਈਨ ਹੈ, ਇਹ ਅਸੀਂ ਇਹ ਨਾ ਸਮਝੀਏ ਕਿ ਇੱਕ ਐਂਟਰਟੇਨਮੈਂਟ ਹੈ, ਇਹ ਇੱਕ ਐਜੂਕੇਸ਼ਨ ਲੈਣ ਦਾ ਬਹੁਤ ਅੱਛਾ ਮਾਧਿਅਮ ਹੈ, ਅਰਨਿੰਗ ਕਰਨ ਦਾ ਇੱਕ ਬਹੁਤ ਅੱਛਾ ਮਾਧਿਅਮ ਹੈ। ਸੋ ਸਾਨੂੰ ਇਹ ਦੇਖਣਾ ਪਏਗਾ ਕਿ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਜਾਂ ਐਂਟਰਟੇਨਮੈਂਟ ਹੀ ਅਸੀਂ ਕਰਦੇ ਰਹਿਣਾ। ਵਰਲਡ ਲੀਡਰ ਉਹੀ ਹੋਏਗਾ ਅੱਜ ਦੇ ਟਾਈਮ ਦੇ ਵਿੱਚ ਜਿਸ ਕੋਲ ਡੇਟਾ ਹੋਏ। ਤੇ ਜਲੰਧਰ 'ਚ ਜੇ ਕਿਸੇ ਨੂੰ ਕੋਈ ਕਾਰਪੋਰੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਸਨੂੰ ਨਹੀਂ ਪਤਾ ਕਿ ਮੇਰੇ ਜੇ ਆ ਗਈ ਤੇ ਮੈਂ ਉਹਨੂੰ ਕਿਸ ਤਰ੍ਹਾਂ ਕਿਹੜੀ ਐਪ ਦੇ ਥਰੂ ਜਾ ਕੇ ਦਰਜ ਕਰਾਣਾ। ਉਹ ਇੱਕ ਨੰਬਰ ਸੀਗਾ, ਉਹ ਕਿਸੇ ਨੂੰ ਨਹੀਂ ਪਤਾ, ਜੇ ਕਰੋਗੇ ਤਾਂ ਹਜੇ ਕੋਈ ਫੋਨ ਨਹੀਂ ਪਿਕ ਕਰ ਰਿਹਾ। ਸੋ ਸਾਨੂੰ ਐਪਲੀਕੇਸ਼ਨ ਬਣਾਉਣ ਦੇ ਨਾਲ ਇਹ ਵੀ ਦੇਖਣਾ ਕਿ ਉਹਨੂੰ ਅਵੇਅਰਨੈਸ ਕਿੱਦਾਂ ਲੋਕਾਂ 'ਚ ਲੈ ਕੇ ਆਉਣੀ। ਕਿਸੇ ਦਾ ਫੋਨ ਚੈੱਕ ਕਰ ਲਓ, ਉਹਨਾਂ ਦੇ ਫੋਨ ਦੇ ਵਿੱਚ ਇੱਕ ਐਪ ਹੋਏਗੀ ਫੇਸਬੁੱਕ, ਇੱਕ ਹੋਏਗਾ WhatsApp, ਟਿਕਟੌਕ, ਜੋ ਯਾਨੀ ਅਸੀਂ ਗੱਲ ਕਰਦੇ ਹਾਂ ਐਂਟਰਟੇਨਮੈਂਟ ਦਾ। ਪਰ ਅਸੀਂ ਆਪਣਾ ਫੋਨ ਨਹੀਂ ਯੂਜ਼ ਕਰਦੇ ਹਾਂ, ਮੋਸਟਲੀ ਲੋਕ ਇਹੀ ਹੈ। NPTEL ਇੱਕ ਐਸਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ IITs ਦੇ 1000 ਪ੍ਰੋਫੈਸਰ ਸਿਲੈਕਟਡ ਪ੍ਰੋਫੈਸਰਸ ਨੇ ਉਹਨਾਂ ਦੀਆਂ ਵੀਡੀਓ ਲੈਕਚਰਸ ਅਪਲੋਡ ਕੀਤੇ ਹੋਏ ਨੇ। ਔਰ ਫ੍ਰੀ ਆਫ ਕੋਸਟ ਐਨੀਮੇਸ਼ਨ ਦੇ ਉੱਪਰ, ਜਰਨਲਿਜ਼ਮ ਦੇ ਉੱਪਰ, ਮਸ਼ੀਨ ਲਰਨਿੰਗ ਤੇ AI ਤੇ ਕੋਈ ਵੀ ਕੋਰਸ ਕਰ ਸਕਦਾ ਹੈ। ਨੋ ਏਜ ਬਾਰ, ਨੋ ਕੁਆਲੀਫਿਕੇਸ਼ਨ। ਮੈਟਰੋ ਐਨਕਾਊਂਟਰ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਰਵੀ ਰੌਣਖਰ। ਇਹ ਪ੍ਰੋਗਰਾਮ ਹੈ ਸਾਡਾ ਟਾਕਿੰਗ ਪੁਆਇੰਟ ਔਰ ਅੱਜ ਅਸੀਂ ਗੱਲ ਕਰਾਂਗੇ IT ਦੀ। 59 ਚਾਈਨੀਜ਼ ਐਪਲੀਕੇਸ਼ਨ ਨੂੰ ਹਿੰਦੁਸਤਾਨ 'ਚ ਬੈਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਉਹਨਾਂ ਨੇ ਯੁਵਾਵਾਂ ਨੂੰ ਇੱਕ ਚੈਲੰਜ ਦਿੱਤਾ ਹੈ ਕਿ ਤੁਸੀਂ ਵੀ ਵਰਲਡ ਕਲਾਸ ਐਪਲੀਕੇਸ਼ਨ ਬਣਾ ਕੇ ਦਿਖਾਓ। ਤੇ ਇਸੇ ਟੌਪਿਕ ਤੇ ਸਾਡੇ ਨਾਲ ਅੱਜ ਗੱਲ ਕਰਨ ਲਈ ਡਾਕਟਰ ਅਜੇ ਦੱਤਾ, PhD ਇਨ E-ਗਵਰਨੈਂਸ ਫਰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹ ਸਾਡੇ ਨਾਲ ਇਸ ਵਕਤ ਮੌਜੂਦ ਨੇ। ਡਾਕਟਰ ਅਜੇ ਦੱਤਾ, ਥੈਂਕ ਯੂ ਸੋ ਮਚ ਫॉर ਕਮਿੰਗ। ਡਾਕਟਰ ਦੱਤਾ ਆਪਣੀ ਕੰਪਨੀ ਚਲਾਉਂਦੇ ਨੇ, ਇੱਕ IT ਫਰਮ ਚਲਾਉਂਦੇ ਨੇ ਔਰ ਕਈ ਇਨੋਵੇਟਿਵ ਆਈਡੀਆਜ਼ ਉਹ ਇਸ ਖਿੱਤੇ ਦੇ ਵਿੱਚ ਲੈ ਕੇ ਆਏ ਨੇ। ਤੇ ਸਰ ਦੱਸੋ ਕਿ ਕੀ ਪੋਸੀਬਲ ਹੈ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਟਿਕਟੌਕ ਜਾਂ ਫਿਰ ਕੈਮ ਸਕੈਨਰ ਜਿਹੜੀਆਂ ਕਿ ਬਹੁਤ ਫੇਮਸ ਐਪਲੀਕੇਸ਼ਨਸ ਰਹੀਆਂ ਨੇ, ਉਦਾਂ ਦੀਆਂ ਐਪਲੀਕੇਸ਼ਨ ਅਸੀਂ ਬਣਾ ਸਕਦੇ ਹਾਂ, ਪਹਿਲਾ ਪੁਆਇੰਟ। ਔਰ ਦੂਸਰਾ ਕਿ ਉਸੇ ਲੈਵਲ ਤੇ ਇਹਨਾਂ ਨੂੰ ਫੇਮਸ ਕਰ ਸਕਦੇ ਹਾਂ। ਤੁਸੀਂ ਕਿਵੇਂ ਦੇਖਦੇ ਹੋ PM ਦੇ ਚੈਲੰਜ ਨੂੰ? ਕੋਈ ਜਿਹੜਾ ਚੈਲੰਜ ਦਿੱਤਾ ਇੱਕ ਬਹੁਤ ਅੱਛਾ ਚੈਲੰਜ ਹੈ। ਮੈਂ ਤਾਂ ਇਹ ਕਹਾਂਗਾ ਕਿ ਇਸ ਦੇ ਨਾਲ ਯੁਵਾਵਾਂ ਦੇ ਵਿੱਚ ਇੱਕ ਮਨ ਦੇ ਵਿੱਚ ਆਏਗਾ ਕਰ ਤਾਂ ਕੋਈ ਵੀ ਸਕਦਾ ਹੈ। ਜਿਹੜਾ ਵੀ IT ਇੰਜੀਨੀਅਰ ਹੈ, ਜਿਸ ਦੀ ਸਟੱਡੀ IT 'ਚ ਹੋਈ ਹੈ, ਜਿਸ ਨੂੰ ਪ੍ਰੋਗਰਾਮਿੰਗ ਲੈਂਗੁਏਜ ਆਉਂਦੀ ਹੈ, ਉਹ ਐਪਲੀਕੇਸ਼ਨ ਡਿਵੈਲਪ ਕਰ ਸਕਦਾ ਹੈ। ਪਰ ਟਾਈਮ ਦੀ ਗੱਲ ਹੁੰਦੀ ਹੈ, ਸਪੋਰਟ ਉਹਨੂੰ ਮਿਲ ਰਹੀ ਹੈ ਕਿ ਟਾਈਮ ਤੇ ਨਹੀਂ ਮਿਲ ਰਹੀ ਹੈ। ਐਪਲੀਕੇਸ਼ਨ ਬਣਾਤੀ, ਉਸਦੀ ਪ੍ਰਮੋਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਸੋ ਅਗਰ ਅੱਛੀ ਐਪਲੀਕੇਸ਼ਨਸ ਮਾਰਕੀਟ 'ਚ ਆਣਗੀਆਂ ਔਰ ਗਵਰਨਮੈਂਟ ਵੀ ਉਸਨੂੰ ਪ੍ਰਮੋਟ ਕਰੇਗੀ ਤੇ ਇਸ ਦੇ ਨਾਲ ਨੋ ਡਾਊਟ ਬੈਨੀਫਿਟ ਬਹੁਤ ਅੱਛਾ ਮਿਲੇਗਾ। ਜੀ ਮੇਰਾ ਕਹਿਣਾ ਹੋਗਾ ਕਿ ਅਗਰ ਜਲੰਧਰ ਅਸੀਂ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਇਹ ਐਪਲੀਕੇਸ਼ਨ ਬਣਾਉਣ ਲਈ ਸਾਨੂੰ ਚਾਹੀਦਾ ਕੀ ਹੁੰਦਾ ਹੈ? ਦੇਖੋ, ਇਹਦੇ ਲਈ ਸਾਨੂੰ ਇੱਕ ਪ੍ਰੋਗਰਾਮਿੰਗ ਨੌਲੇਜ ਹੋਣੀ ਚਾਹੀਦੀ ਹੈ, ਜਿਸ ਲੈਂਗੁਏਜ 'ਚ ਅਸੀਂ ਡਿਵੈਲਪ ਕਰਨਾ ਹੈ। ਜੇ ਅਸੀਂ ਐਂਡਰੋਇਡ ਐਪ ਬਣਾਉਣੀ ਹੈ ਤਾਂ ਸਾਨੂੰ ਐਂਡਰੋਇਡ ਪ੍ਰੋਗਰਾਮਿੰਗ ਲੈਂਗੁਏਜ ਆਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਸਾਨੂੰ ਪ੍ਰੋਗਰਾਮਿੰਗ ਲੈਂਗੁਏਜ ਆਣੀ ਚਾਹੀਦੀ ਹੈ, ਅਸੀਂ ਐਪਲੀਕੇਸ਼ਨ ਆਪਣੀ ਡਿਵੈਲਪ ਕਰ ਸਕਦੇ ਹਾਂ। ਫਿਰ ਸੈਕਿੰਡ ਆਉਂਦਾ ਨੂੰ ਹੋਸਟਿੰਗ ਕਰਨਾ। ਹੋਸਟਿੰਗ ਕਰਨ ਦੇ ਲਈ ਸਪੇਸ ਪ੍ਰੋਵਾਈਡ ਕਰਨ ਵਾਲੀਆਂ ਥਰਡ ਪਾਰਟੀ ਕੰਪਨੀਆਂ ਹੁੰਦੀਆਂ, ਉਹ ਸਪੇਸ ਪ੍ਰੋਵਾਈਡ ਕਰਦੀਆਂ। ਸੋ ਇਸ 'ਚ ਕੋਈ ਵੱਡਾ ਇਨਫਰਾਸਟ੍ਰਕਚਰ ਨਹੀਂ ਚਾਹੀਦਾ ਤਾਂ ਇੱਕ ਆਈਡੀਆ ਚਾਹੀਦਾ, ਯੂਨੀਕ ਆਈਡੀਆ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਟਿਕਟੌਕ ਦੇ, ਉਹ ਇੱਕ ਯੂਨੀਕ ਆਈਡੀਆ ਸੀਗਾ। ਉਹਨਾਂ ਨੇ ਇੱਕ ਵੀਡੀਓ ਨੂੰ ਇਹ ਫੀਚਰਸ ਐਡ ਕਰਤੇ ਉਸ 'ਚ। ਸੋਸ਼ਲ ਹੈ, ਸਾਰੀਆਂ ਸੋਸ਼ਲ ਮੀਡੀਆ ਹੀ ਐਪਲੀਕੇਸ਼ਨਸ ਨੇ, ਇੱਕ ਐਂਟਰਟੇਨਮੈਂਟ ਦੇ ਲਈ ਹੈ। ਉਸ ਦੇ ਕਰਕੇ ਉਹਨਾਂ ਦੀ ਪ੍ਰਮੋਸ਼ਨ ਬਹੁਤ ਜਲਦੀ ਹੋ ਜਾਂਦੀ ਹੈ। ਤੇ ਫਿਰ ਉਹਦਾ ਟਿਕਟੌਕ ਤਾਂ ਕਰਕੇ ਫੇਮਸ ਹੋਈ ਕਿ ਉਹ ਐਂਟਰਟੇਨਮੈਂਟ ਸੈਗਮੈਂਟ ਸੀਗੀ, ਬਹੁਤ ਜ਼ਿਆਦਾ ਸੀਗਾ। ਔਰ ਅੱਜ ਕੱਲ ਹਰ ਇੱਕ ਨੂੰ ਮਨੋਰੰਜਨ ਚਾਹੀਦਾ ਹੈ ਕਿ ਉਸਨੂੰ ਕੁਝ ਹਸੀ ਮਜ਼ਾਕ ਇਸ ਤਰ੍ਹਾਂ ਚੀਜ਼ਾਂ 'ਚ ਜ਼ਿਆਦਾ ਯੂਥ ਇਨਵੋਲਵ ਹੋ ਰਿਹਾ। ਤਾਂ ਇਸ ਕਰਕੇ ਉਹਨਾਂ ਦੀ ਪ੍ਰਮੋਸ਼ਨ ਜਲਦੀ ਹੋ ਜਾਂਦੀ। ਤੇ ਕੀ ਹੁਣ ਕੋਈ ਟਿਕਟੌਕ ਦਾ ਮੁਕਾਬਲਾ ਕਰਨ ਲਈ ਇੰਡੀਆ 'ਚ ਕੋਈ ਐਪਲੀਕੇਸ਼ਨ ਤੁਸੀਂ ਦੇਖ ਰਹੇ ਹੋ, ਬੀਇੰਗ ਐਕਸਪਰਟ, ਤੁਸੀਂ ਦੇਖੀ ਹਲੇ ਕੋਈ ਉਦਾਂ ਦੀ ਕੋਈ ਐਪਲੀਕੇਸ਼ਨ ਆਈ ਹੋਏ? ਆਪਣੇ 'ਚ ਬਹੁਤ ਸਾਰੀਆਂ ਹਜੇ ਐਪਲੀਕੇਸ਼ਨ ਡਿਵੈਲਪ ਹੋ ਰਹੀਆਂ ਨੇ, ਪਲੇ ਸਟੋਰ ਤੇ ਆਲਰੇਡੀ ਹੈ ਵੀ ਹੈ, ਬਸ ਇਹ ਵੀ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਮਿਲ ਸਕੀ। ਤੇ ਜਦੋਂ ਹੁਣ ਗਵਰਨਮੈਂਟ ਵੀ ਇਸ ਸੈਕਟਰ ਦੇ ਵਿੱਚ ਕਹਿ ਰਹੀ ਹੈ ਵੀ ਤੁਸੀਂ ਕੰਮ ਕਰੋ ਤੇ ਨੋ ਡਾਊਟ ਇਸ 'ਚ ਪ੍ਰਮੋਸ਼ਨ ਮਿਲੇਗੀ ਤੇ ਉਹ ਮਾਰਕੀਟ 'ਚ ਸਾਰੇ ਅੱਗੇ ਆਣਗੀਆਂ। ਆਲਰੇਡੀ ਬਣੀਆਂ ਹੋਈਆਂ ਕਾਫੀ ਐਪਲੀਕੇਸ਼ਨਸ ਨੇ। ਤੇ ਇਹਨੂੰ ਚਲਾਉਣ ਲਈ ਤੁਸੀਂ ਕਿਹਾ ਕਿ ਬਹੁਤ ਕੁਝ ਤਾਮਝਾਮ ਨਹੀਂ ਚਾਹੀਦਾ, ਪਰ ਅਸੀਂ ਦੇਖਦੇ ਹਾਂ ਕਿ ਜਦੋਂ ਟਿਕਟੌਕ ਦੀ ਗੱਲ ਕਰੀਏ, ਟਿਕਟੌਕ ਜਿਹੜਾ ਉਹ ਹਜ਼ਾਰਾਂ ਕਰੋੜ ਰੁਪਇਆ ਜੋ ਹਰ ਸਾਲ ਕਮਾਉਂਦਾ ਹੈ, ਉਹ ਕਿਸ ਤਰ੍ਹਾਂ ਕਮਾ ਰਿਹਾ? ਮਤਲਬ ਉਹ ਇੱਕ ਈਕੋਸਿਸਟਮ ਉਹਨੇ ਬਣਾਤਾ ਹੋਇਆ ਆਪਣਾ। ਤੇ ਉੱਦਾਂ ਦੇ ਲੈਵਲ ਤੱਕ ਪਹੁੰਚਣ ਲਈ ਸਰਕਾਰ ਦੀ ਕੀ ਸਪੋਰਟ ਚਾਹੀਦੀ ਹੈ? ਮਤਲਬ ਤੁਹਾਨੂੰ ਕੀ ਲੱਗਦਾ ਕਿ ਕੀ ਸਪੋਰਟ ਚਾਹੀਦੀ ਹੈ ਸਰਕਾਰ ਦੀ? ਜਦੋਂ ਯੂਜ਼ਰ ਬੇਸ ਵੱਧ ਜਾਂਦਾ ਕਿਸੇ ਕੰਪਨੀ, ਮਤਲਬ ਸਬਸਕ੍ਰਾਈਬਰ बढ़ ਜਾਂਦੇ ਨੇ। ਹਾਂਜੀ, ਯੂਜ਼ਰ ਬੇਸ ਅਸੀਂ ਸਬਸਕ੍ਰਾਈਬਰ, ਜਿਸ ਤਰ੍ਹਾਂ ਅਸੀਂ ਕਹੀਏ YouTube 'ਚ ਸਬਸਕ੍ਰਾਈਬਰ ਵੱਧ ਗਏ, Facebook ਤੇ Google ਹੈ, ਇਹ ਜਿੰਨੀਆਂ ਸੋਸ਼ਲ ਮੀਡੀਆ ਵੈਬਸਾਈਟਸ ਨੇ ਜਾਂ ਐਪ ਹੈ, ਇਹ ਐਜ਼ ਏ ਪਬਲਿਸ਼ਰ ਕੰਮ ਕਰਦੀਆਂ ਨੇ ਜਦੋਂ ਇਹਨਾਂ ਕੋਲ ਯੂਜ਼ਰ ਬੇਸ ਵੱਧ ਜਾਂਦਾ ਹੈ।
ਕੀ ਕਰਦੀਆਂ ਐਜ਼ ਅ ਪਬਲਿਸ਼ਰ ਇੱਕ ਜਗ੍ਹਾ ਤੋਂ ਐਡ ਲੈਂਦੀਆਂ ਦੂਸਰਿਆਂ ਨੂੰ ਕਹਿੰਦੀਆਂ ਤੁਸੀਂ ਆਪਣੇ ਚੈਨਲ ਦੇ ਵਿੱਚ ਇਹਨੂੰ ਪ੍ਰਮੋਟ ਕਰੋ ਐਜ਼ ਅ ਮਿਡਲ ਪਾਰਟ ਬਣ ਕੇ ਕਮਿਸ਼ਨ ਲੈਂਦੀਆਂ ਕਰੋ। ਅੱਛਾ, ਇਸੇ ਤਰ੍ਹਾਂ ਜਿਹੜੀਆਂ ਬਾਕੀ MNC ਕੰਪਨੀਆਂ ਨੇ ਇਹਨਾਂ 'ਚ ਗੂਗਲ ਫੇਸਬੁੱਕ ਇਹ ਵੀ ਇਸੇ ਤਰ੍ਹਾਂ ਹੀ ਅਰਨਿੰਗ ਕਰ ਰਹੀਆਂ। ਠੀਕ ਹੈ, ਔਰ ਇਹਨਾਂ ਨੂੰ ਬੈਨੀਫਿਟ ਦੋਨੋਂ ਪਾਰਟੀਆਂ ਨੂੰ ਹੈ, ਠੀਕ ਹੈ, ਜਿਸਨੇ ਆਪਣੀ ਐਡਵਰਟਾਈਜ਼ਮੈਂਟ ਕਰਵਾਣੀ ਉਸਨੂੰ ਵੀ ਹੈ ਔਰ ਜਿਸਨੇ ਕਰਵਾਣੀ ਹੈ ਉਸ ਦੋਨਾਂ। ਮਤਲਬ ਇਹ ਸਾਰਾ ਜਿਹੜਾ ਐਪਲੀਕੇਸ਼ਨਸ ਦਾ ਜਿਹੜਾ ਪੈਸਾ ਹੈ ਉਹ ਵਿਗਿਆਪਨ ਤੋਂ ਆਉਂਦਾ ਹੈ। ਬਿਲਕੁਲ ਬਿਲਕੁਲ, ਵਿਗਿਆਪਨ ਜ਼ਿਆਦਾ ਵੱਡਾ ਹੋਏਗਾ ਫਿਰ ਇਹ ਕਿੱਦਾਂ ਐਕਸਪੈਂਡ ਕਿੱਦਾਂ ਕਰਦੀ ਹੈ ਕੰਪਨੀਆਂ। ਮਤਲਬ ਮੰਨ ਲਓ ਸਪੋਜ਼ ਕਰੋ ਕਿ ਜਲੰਧਰ ਦੇ ਵਿੱਚ ਅੱਜ ਕਿਸੇ ਨੇ ਸੈਂਟਰ ਟਾਊਨ ਦੇ ਵਿੱਚ ਕਿਸੇ ਨੇ ਇੱਕ ਐਪਲੀਕੇਸ਼ਨ ਬਣਾਈ ਔਰ ਥੋੜੀ ਫੇਮਸ ਹੋ ਗਈ ਉਹ, ਤੇ ਉਹ ਕੀ ਉਹ ਸੈਂਟਰ ਟਾਊਨ ਤੋਂ ਬਾਹਰ ਵੀ ਆਏਗੀ, ਕੋਈ ਹੈੱਡਕੁਆਟਰ ਵੀ ਬਣਾਏਗੀ ਆਪਣਾ, ਜਾਂ ਫਿਰ ਉਹ ਇੱਕ ਕਮਰੇ ਦੇ ਵਿੱਚ ਹੀ ਐਪਲੀਕੇਸ਼ਨ ਚੱਲਦੀ ਰਹੇਗੀ? ਦੇਖੋ ਜਦੋਂ ਤੁਹਾਡਾ ਕੰਪਨੀ ਦਾ ਯੂਜ਼ਰ ਬੇਸ ਵਧਣਾ ਸ਼ੁਰੂ ਹੋ ਗਿਆ ਨਾ, ਆਲਰੇਡੀ ਉਸਦੇ ਕੋਲ ਲੋਕਾਂ ਦੀ ਡਿਮਾਂਡ ਆਏਗੀ ਕਿ ਸਾਡਾ ਪ੍ਰੋਡਕਟ ਦੀ ਤੁਸੀਂ ਆਪਣੇ ਪਲੇਟਫਾਰਮ ਦੇ ਥਰੂ ਐਡਵਰਟਾਈਜ਼ਮੈਂਟ ਕਰੋ, ਅਰਨਿੰਗ ਹੋਏਗੀ ਉਸ ਅਰਨਿੰਗ ਤੋਂ। ਇਹ ਤਾਂ ਜਨਰਲੀ ਇਹ ਗੱਲ ਕਿ ਉਹ ਆਪਣਾ ਆਫਿਸ ਜਿਹੜਾ ਉਹਨੂੰ ਵਧਾਏਗਾ, ਅੱਗੇ EMPLOYE ਰੱਖੇਗਾ, ਡਿਵੈਲਪਰਸ ਰੱਖੇਗਾ, ਇੱਕ ਟੀਮ ਬਿਲਡ ਹੋਏਗੀ। ਫਿਰ ਇੱਕ ਨੈਸ਼ਨਲ ਪਾਲਿਸੀ ਕੀ ਹੈ ਇਸ ਦੇ ਉੱਪਰ, ਜਦੋਂ ਅਸੀਂ ਇਸ ਤਰ੍ਹਾਂ ਦੀ ਐਪ ਬਣਾ ਰਹੇ ਹਾਂ ਉਹ 'ਚ ਪਾਲਿਸੀ ਕੀ ਹੈ, ਡੇਟਾ ਸਿਕਿਉਰ, ਕਿਉਂਕਿ ਡੇਟਾ ਸਿਕਿਉਰਿਟੀ ਮਸਟ ਹੈ, ਕਿਉਂਕਿ ਸਾਡੇ ਕੋਲ ਯੂਜ਼ਰ ਦਾ ਸਾਰਾ ਡੇਟਾ ਆਉਂਦਾ, ਉਹਦਾ ਨਾਮ, ਜੈਂਡਰ, ਐਡਰੈਸ, ਕਈ ਵਾਰ ਅਸੀਂ ਬੈਂਕ ਦੀ ਇਨਫੋਰਮੇਸ਼ਨ ਵੀ ਲੈਂਦੇ ਹਾਂ, ਕਈ ਐਪਸ ਲੈ ਰਹੀਆਂ। ਤੋ ਡੇਟਾ ਦੀ ਸਿਕਿਉਰਿਟੀ ਦਾ ਕੀ ਹੈ, ਡੇਟਾ ਸ਼ੇਅਰ ਤਾਂ ਨਹੀਂ ਕਰ ਰਹੀ ਹੈ ਅੱਗੇ ਕੰਪਨੀ, ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਹੁਣ ਜਿਹੜਾ ਫੇਸਬੁੱਕ ਦੇ ਉੱਪਰ ਵੀ ਆਇਆ ਸੀਗਾ ਕਿ ਡੇਟਾ ਲੀਕ ਹੋ ਗਿਆ ਇਲੈਕਸ਼ਨ ਟਾਈਮ ਤੇ। ਸੋ ਕੋਈ ਐਸਾ ਤਾਂ ਨਹੀਂ ਹੋ ਰਿਹਾ ਕਿ ਸੋਸ਼ਲ ਮੀਡੀਆ ਐਪ ਬਣਾ ਲਈ ਉਸ ਤੋਂ ਬਾਅਦ ਉਹਨੇ ਡੇਟਾ ਬਾਅਦ ਚ ਸੇਲ ਕਰ ਦਿੱਤਾ। ਸੋ ਐਸੀ ਪਾਲਿਸੀਆਂ ਵੀ ਸਾਨੂੰ ਨੇਸ਼ਨ 'ਚ ਬਣਾਉਣੀਆਂ ਪੈਣਗੀਆਂ। ਯਾਨੀ ਕਿ ਐਡਵਰਟਾਈਜ਼ਮੈਂਟਸ ਠੀਕ ਹੈ ਉਹਦੇ ਨਾਲ ਪੈਸਾ ਤਾਂ ਆ ਰਿਹਾ, ਲੇਕਿਨ ਸਭ ਤੋਂ ਇੰਪੋਰਟੈਂਟ ਤੁਸੀਂ ਕਿਹਾ ਕਿ ਜਦੋਂ ਕੋਈ ਐਪਲੀਕੇਸ਼ਨ ਅਸੀਂ ਲੌਗਇਨ ਕਰਦੇ ਹਾਂ ਤਾਂ ਅਸੀਂ ਆਪਣਾ ਨਾਮ, ਉਮਰ, ਹਰ ਚੀਜ਼ਾਂ ਭਰਦੇ ਹਾਂ, ਉਹ ਕੰਪਨੀ ਕੋਲ ਪਹੁੰਚ ਜਾਂਦਾ ਹੈ ਜੀ। ਤੇ ਕੰਪਨੀ ਐਥੀਕਲੀ ਕੰਪਨੀ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ, ਨਹੀਂ ਕਰ ਸਕਦੀ ਜੀ ਕਿਸੇ ਦਾ ਡੇਟਾ ਵਿਦਆਊਟ ਪਰਮਿਸ਼ਨ ਸ਼ੇਅਰ ਨਹੀਂ ਕਰ ਸਕਦੀ। ਤਾਂ ਇਹ ਇਸ਼ੂ ਇਹ ਹੈਗਾ। ਲੇਕਿਨ ਸਾਡਾ ਸਵਾਲ ਹਲੇ ਵੀ ਉੱਥੇ ਮੈਂ ਸਮਝਣਾ ਚਾਹੁੰਦਾ ਕਿ ਫਿਰ ਅਸੀਂ ਕਿਉਂ ਨਹੀਂ ਵੱਧ ਪਾਏ। ਗੂਗਲ ਵਰਗੀ ਕੰਟਰੀਜ਼ ਨੂੰ ਇੰਡੀਅਨਸ ਜਿਹੜੇ ਉਹ ਲੀਡ ਕਰ ਰਹੇ ਆ, ਜਾਂ ਹਿੰਦੁਸਤਾਨ 'ਚ ਇਨਫੋਸਿਸ ਦਾ ਨਾਮ, ਵਿਪਰੋ ਨਾਮ ਸੁਣ ਤੇ ਸਾਡੇ ਵਾਲਾ ਉਮਰ ਨਹੀਂ ਕਿਸੇ ਚੱਲੀ। ਹੁਣ ਇਹ ਨਵਾਂ ਕੰਮ ਨਹੀਂ ਹੈ ਕਿ ਹਿੰਦੁਸਤਾਨ IT ਪਾਵਰ ਹੈ, ਹਿੰਦੁਸਤਾਨ ਕਾਫੀ ਟਾਈਮ ਤੋਂ ਪਾਵਰ ਹੈ, ਬਿਲਕੁਲ। ਫਿਰ ਵੀ ਅਸੀਂ ਇਤਨੇ ਪ੍ਰਸਿੱਧ ਕਿਉਂ ਨਹੀਂ ਹੋ ਪਾਏ? ਸਰ ਕੁਝ ਨਾ ਪਾਲਿਸੀਜ਼ ਜਿਹੜੀਆਂ ਮੈਂ ਦੱਸਿਆ ਨਾ ਤੁਹਾਨੂੰ, ਡੇਟਾ ਪਾਲਿਸੀਜ਼ ਹੋਣੀਆਂ ਬਹੁਤ ਜ਼ਰੂਰੀ ਹੈ। ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ, ਈਮੇਲ ਤੁਹਾਨੂੰ ਇੱਥੇ ਇੰਡੀਆ ਦੇ ਵਿੱਚ ਆਪਣੇ ਕੋਈ ਵੀ ਕਿਸੇ ਨੂੰ ਈਮੇਲ ਕਰ ਸਕਦਾ, ਕਰਦੇ ਆ ਨਾ। ਅਸੀਂ ਉਸ 'ਚ ਇੱਕ ਦੇਖਦੇ ਹਾਂ ਕਿ ਸਾਡੇ ਕੋਲ ਅਸੀਂ ਮਾਰਨਿੰਗ ਦਾ ਸਿਸਟਮ ਔਨ ਕੀਤਾ, ਸਾਡੇ ਕੋਲ ਕਾਫੀ ਸਾਰੀਆਂ ਈਮੇਲਸ ਆ ਗਈਆਂ। ਜਦ ਕਿ USA 'ਚ, ਯੂਰੋਪੀਅਨ ਕੰਟਰੀ 'ਚ ਲੋ ਹੈ ਕਿ ਤੁਸੀਂ ਵਿਦਆਊਟ ਪਰਮਿਸ਼ਨ ਕਿਸੇ ਨੂੰ ਈਮੇਲ ਨਹੀਂ ਸੈਂਡ ਕਰ ਸਕਦੇ। ਅੱਛਾ, ਐਡਵਰਟਾਈਜ਼ਮੈਂਟ ਲਈ ਉਸ ਦਾ ਵੀ ਉਹਨਾਂ ਨੂੰ ਫਾਈਨ ਹੈ। ਓਕੇ, ਸੋ ਇਸ ਤਰ੍ਹਾਂ ਦੀਆਂ ਸਾਨੂੰ ਪਾਲਿਸੀਆਂ ਕਿ ਈਮੇਲ ਗਲਤ ਯੂਜ਼ ਵੀ ਨਾ ਹੋਏ ਉਸ ਚੀਜ਼ ਦਾ। ਤੋ ਐਸੀਆਂ IT 'ਚ ਬਹੁਤ ਸਾਰੀਆਂ ਪਾਲਿਸੀਆਂ ਹਜੇ ਬਣਨੀਆਂ ਬਾਕੀ ਹੈ ਦੇਸ਼। ਅਗਰ ਪਾਲਿਸੀ ਬਣ ਵੀ ਜਾਂਦੀ ਹੈ, ਅਗਰ ਹਿੰਦੁਸਤਾਨ ਦੀ ਗੱਲ ਕਰੀਏ ਪਾਲਿਸੀ ਬਣ ਵੀ ਜਾਂਦੀ ਹੈ, ਤਾਂ ਫਿਰ ਕੀ ਬਦਲਾਅ ਆਏਗਾ? ਦੇਖੋ ਉਸ ਦੇ ਨਾਲ ਕੀ ਹੈ, ਇੱਕ ਸਿਕਿਉਰਿਟੀ ਦੀ ਹੋ ਜਾਏਗਾ। ਜੇ ਕੋਈ ਅਦਰ ਕੰਟਰੀ ਸੇ ਤੋਂ ਕੰਮ ਵੀ ਕਰਵਾ ਰਹੀ ਹੈ, ਅੱਛਾ, ਤੁਹਾਡਾ ਵੀ ਦੂਜੀ ਕੰਟਰੀ ਅਗਰ ਫੇਮਸ ਹੋਣਾ, ਹਾਂ, ਉਹਨਾਂ ਨੂੰ ਵੀ ਹੋਏਗਾ ਕਿ ਕੰਟਰੀ ਦੀ ਜਿਹੜੀ ਪਾਲਿਸੀਜ਼ ਨੇ ਉਹ ਇਹ ਚੀਜ਼ ਅਲਾਉ ਨਹੀਂ ਕਰਦੀਆਂ, ਇਹ ਚੀਜ਼ ਅਲਾਉ ਕਰਦੀਆਂ, ਉਹਨਾਂ ਕੋਲ ਇੱਕ ਫਰੇਮਵਰਕ ਹੋਏਗਾ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਪਾਲਿਸੀਆਂ, ਹੁਣ ਜਿਸ ਤਰ੍ਹਾਂ IT ਐਕਟ ਹੈ ਸਾਡਾ ਸਾਈਬਰ ਕ੍ਰਾਈਮ ਦੇ ਲਈ, ਉਹ ਬਹੁਤ ਅੱਛਾ ਇਸ ਸਮੇਂ ਫਰੇਮ ਹੋ ਗਿਆ, ਇੰਪਲੀਮੈਂਟ ਵੀ ਹੋ ਗਿਆ। ਤੇ ਉਹ ਟ੍ਰੇਨਿੰਗ ਦੀ ਜ਼ਰੂਰਤ ਹੈ, ਟ੍ਰੇਨਿੰਗ ਵੀ ਗਵਰਨਮੈਂਟ ਨੇ ਕਾਫੀ ਸਾਰੀਆਂ ਹੁਣ ਲੈਬਸ ਬਣਾਉਣੀਆਂ ਸ਼ੁਰੂ ਕਰਤੀਆਂ ਸਾਈਬਰ ਕ੍ਰਾਈਮ ਦੇ ਲਈ ਜਿਹੜੇ ਇਸ਼ੂਜ਼ ਆ ਰਹੇ ਨੇ। ਸੋ ਐਸਾ ਨਹੀਂ ਹੈ ਇਨਫਰਾਸਟ੍ਰਕਚਰ ਡਿਵੈਲਪ ਹੋ ਰਿਹਾ, ਹੁਣ ਥੋੜਾ ਹਲਕਾ ਪੁਸ਼ ਮਿਲ ਰਿਹਾ ਗਵਰਨਮੈਂਟ ਵੱਲੋਂ। ਉਸ ਦੇ ਜਿਹੜੇ ਪ੍ਰਾਈਵੇਟ ਐਂਟਰਪ੍ਰੀਨਿਓਰ ਸੀ ਉਹ ਵੀ ਖੁੱਲ ਕੇ ਬਾਹਰ ਆਣਗੇ ਤੇ ਆਪਣਾ ਕੰਮ ਕਰਨਗੇ। ਠੀਕ ਹੈ। ਤੇ ਮੈਨੂੰ ਥੋੜਾ ਦੱਸੋ ਕਿ ਜਿੱਦਾਂ ਹੁਣ ਡਿਜੀਟਲ ਇੰਡੀਆ ਇੱਕ ਪ੍ਰੋਜੈਕਟ ਆਪਣਾ ਚੱਲ ਰਿਹਾ ਸੀ ਆਲਰੇਡੀ, ਹਿੰਦੁਸਤਾਨ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਡਿਜੀਟਲ ਜਿਹੜਾ ਇਹ ਸਪੇਸ ਹੈ ਇਹਦੇ 'ਚ ਕੀ ਹੋਣ ਵਾਲਾ ਹੈ? ਕਿ ਵਾਕਈ ਅਸੀਂ ਦੁਨੀਆ 'ਚ ਲੀਡ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਿੱਚ IT ਸੈਕਟਰ 'ਚ? ਦੇਖੋ IT ਸੈਕਟਰ 'ਚ ਦੋ ਪਾਰਟ ਨੇ, ਇੱਕ ਹੈ ਹਾਰਡਵੇਅਰ, ਇੱਕ ਹੈ ਸੌਫਟਵੇਅਰ। ਹਾਰਡਵੇਅਰ ਦੇ ਵਿੱਚ ਅਸੀਂ ਪਤਾ ਹੀ ਹੈ ਚਾਈਨਾ ਲੀਡ ਕਰ ਰਿਹਾ ਹਾਰਡਵੇਅਰ ਦੇ ਵਿੱਚ। ਉਹ ਕਿਉਂ ਕਰ ਰਿਹਾ? ਕਿਉਂਕਿ ਉਹਨਾਂ ਦੇ ਕੋਲ ਜਿਹੜੀ ਮੈਨ ਪਾਵਰ ਹੈ ਉਹ ਉਸ ਦੇ ਵਿੱਚ ਸਕਿਲਡ ਹੈ ਹਾਰਡਵੇਅਰ ਡਿਵੈਲਪ ਕਰਨ 'ਚ। ਜਿੱਦਾਂ ਇਹ ਆਪਣੀਆਂ ਇਹ ਹਾਰਡ ਡਿਸਕਾਂ, ਬਿਲਕੁਲ ਪੈਨ ਡਰਾਈਵ ਹੈ, ਚਿਪਸੈਟ ਹੈ। ਸੋ ਦਿਸ ਟਾਈਪ ਦੇ ਲਈ ਜ਼ਿਆਦਾ ਨੌਲੇਜ ਨਹੀਂ ਚਾਹੀਦੀ, ਐਜੂਕੇਸ਼ਨ ਨਹੀਂ ਚਾਹੀਦੀ ਹੈ। ਇੱਕ ਲੇਬਰ ਦੀ ਤਰ੍ਹਾਂ ਹੀ ਪ੍ਰੋਡਕਟ ਬਣਾਉਣਾ ਆ ਗਿਆ, ਤੁਸੀਂ ਮਸ਼ੀਨ 'ਚ ਬਣਾ, ਇਹ ਆਪਾਂ ਕਰ ਸਕਦੇ ਹਾਂ। ਬਿਲਕੁਲ ਇੰਡੀਅਨਸ ਕਰ ਸਕਦੇ ਆ, ਬਿਲਕੁਲ ਕਰ ਸਕਦੇ ਆ, ਕੋਈ ਐਸਾ ਹੈ। ਲੇਕਿਨ ਉਹਦੇ ਵਾਸਤੇ ਫਿਰ ਤੁਸੀਂ ਕਹਿਣਾ ਕਿ ਇਨਫਰਾਸਟ੍ਰਕਚਰ ਦੀ ਲੋੜ ਪਏਗੀ, ਟ੍ਰੇਨਿੰਗ ਦੀ ਲੋੜ ਪਏਗੀ। ਬਿਲਕੁਲ, ਉਹਦੇ ਲਈ ਸਾਨੂੰ ਸਕਿਲਡ ਪਾਵਰ ਚਾਹੀਦੀ। ਠੀਕ ਹੈ, ਹਾਰਡਵੇਅਰ ਆਪਾਂ ਉਸ ਤੋਂ ਦੂਸਰਾ ਆ ਗਿਆ, ਦੂਸਰਾ ਸੌਫਟਵੇਅਰ। ਸੌਫਟਵੇਅਰ ਦੇ ਵਿੱਚ ਇੰਡੀਆ ਦਾ ਪੂਰੇ ਵਰਲਡ ਨੂੰ ਪਤਾ ਹੈ ਕਿ ਸਭ ਤੋਂ ਅਗਰ ਦੇਖੀਏ ਪੂਰੇ ਵਰਲਡ ਦੇ ਵਿੱਚ ਇੰਡੀਆ ਸੌਫਟਵੇਅਰ ਦਾ ਲੀਡਰ ਹੈ। ਅੱਛਾ ਜੀ, ਸੌਫਟਵੇਅਰ ਡਿਵੈਲਪਮੈਂਟ 'ਚ। ਕਿਉਂਕਿ ਬਾਹਰ ਦੀਆਂ ਜਿੰਨੀਆਂ MNC ਕੰਪਨੀਆਂ ਨੇ ਸਾਰੀਆਂ ਆਪਣੇ ਸੌਫਟਵੇਅਰ ਇੱਥੇ ਆ ਕੇ ਡਿਵੈਲਪ ਕਰਾਉਂਦੀਆਂ। ਉਹਨਾਂ ਦੇ IT ਹਬ ਤੁਸੀਂ ਦੇਖ ਲਓ, ਬੈਂਗਲੌਰ, ਹੈਦਰਾਬਾਦ,
ਮੋਹਾਲੀ, ਇਹ ਜਿੰਨੀਆਂ ਵੀ IT ਸਿਟੀਆਂ, ਨੋਇਡਾ ਸਾਈਬਰ ਸਿਟੀ ਜਿਹੜੀ ਹੈ, ਇਹ ਸਾਰਿਆਂ 'ਚ ਬਾਹਰ ਦੀ ਕੰਪਨੀਆਂ ਦੇ ਸੌਫਟਵੇਅਰ ਇੱਥੇ ਬਣ ਰਹੇ। ਠੀਕ ਹੈ। ਸੋ ਜਿੰਨੀਆਂ ਅੱਛੇ ਪ੍ਰੋਡਕਟ ਨੇ ਸਾਰੇ ਇੰਡੀਆ 'ਚ ਬਣਦੇ ਆ। ਇੰਡੀਆ ਦੇ ਕੋਲ ਸਕਿਲਡ ਔਰ ਐਜੂਕੇਟਿਡ ਕੰਪਿਊਟਰ ਇੰਜੀਨੀਅਰ ਇਸ ਕਰਕੇ ਹੈਗੇ ਆ। ਬਿਲਕੁਲ ਬਿਲਕੁਲ। ਸੌਫਟਵੇਅਰ ਬਣਾਉਣ ਦੇ ਲਈ ਤੁਹਾਨੂੰ ਨੌਲੇਜ ਦੀ ਜ਼ਰੂਰਤ ਹੈ। ਹਾਰਡਵੇਅਰ ਬਣਾਉਣ ਦੇ ਲਈ ਤਾਂ ਇੱਕ ਜਦੋਂ ਤੁਹਾਨੂੰ ਇੱਕ ਪਤਾ ਲੱਗ ਗਿਆ ਪ੍ਰੋਡਕਟ ਡਿਜ਼ਾਈਨ ਕਰਨਾ, ਉਸੇ ਤਰ੍ਹਾਂ ਡਿਜ਼ਾਈਨ ਕਰਨਾ। ਠੀਕ ਹੈ। ਤਾਂ ਹਾਰਡਵੇਅਰ ਲਈ ਅਸੀਂ ਹਾਲੇ ਡਿਪੈਂਡੈਂਟ ਹੈਗੇ ਹਾਂ। ਬਿਲਕੁਲ ਚਾਈਨਾ ਤੇ, ਲੇਕਿਨ ਸੌਫਟਵੇਅਰ ਲਈ ਨਹੀਂ। ਸੌਫਟਵੇਅਰ ਤਾਂ ਸਾਡੇ ਕੋਲ ਆਪਣੇ ਨੇ, ਹਰ ਚੀਜ਼ ਦੇ ਅਸੀਂ ਆਪਣੇ ਸੌਫਟਵੇਅਰ। ਜੀ। ਜਦੋਂ ਹੁਣ ਕੋਰੋਨਾ ਦੀ ਗੱਲ ਕਰੀਏ, ਇਹਦੇ ਵਿੱਚ ਡਿਜੀਟਲ ਮਾਧਿਅਮ ਦਾ ਬਹੁਤ ਇਸਤੇਮਾਲ ਹੋ ਰਿਹਾ। ਆਪਾਂ ਜ਼ੂਮ ਦੇ ਬਾਰੇ ਗੱਲ ਦੇਖੀ, ਆਪਾਂ ਹੋਰ ਕੀ ਐਪਲੀਕੇਸ਼ਨ 'ਚ ਮੀਟਿੰਗਸ ਹੋ ਰਹੀਆਂ। ਵੈਬੀਨਾਰ ਸ਼ਬਦ ਅਸੀਂ ਸੁਣਿਆ ਪਹਿਲੀ ਵਾਰੀ, ਕੋਈ ਵੈਬੀਨਾਰ ਵੀ ਹੁੰਦਾ ਜੀ। ਤੇ ਕਈ ਜਗ੍ਹਾ ਆਪਾਂ ਉਹਦਾ ਇਸਤੇਮਾਲ ਨਹੀਂ ਕਰ ਪਾਏ, ਜਿੱਦਾਂ ਰਾਸ਼ਨ ਵਿਤਰਨ ਦੀ ਗੱਲ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਅਸੀਂ ਇਹ ਕਰੋਨਾ ਇੱਕ ਓਪਰਚੁਨਿਟੀ ਲੈ ਕੇ ਆਇਆ IT ਪ੍ਰੋਫੈਸ਼ਨਲਸ ਲਈ? ਕਰੋਨਾ ਇੱਕ ਓਪਰਚੁਨਿਟੀ ਵੀ ਲੈ ਕੇ ਆਇਆ, ਇੱਕ ਸਬਕ ਵੀ ਹੈ ਵੀ ਅਸੀਂ ਇਹਨੂੰ ਅਡਾਪਟੇਸ਼ਨ ਦੇ ਵਿੱਚ IT ਨੂੰ ਬਹੁਤ ਡਿਲੇ ਕਰੀ ਗਏ। ਓਹੋ, ਅੱਛਾ। ਇੱਕ ਦੱਸਦੇ ਆ ਵੀ ਅਸੀਂ ਜੇ IT ਫ੍ਰੈਂਡਲੀ ਹੁੰਦੇ ਤੇ ਅੱਜ ਇਹ ਨੌਬਤ ਦੇ ਵਿੱਚ ਵੀ ਅਸੀਂ ਬੜੇ ਆਰਾਮ ਨਾਲ ਨਿਕਲਣਾ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਮੈਂ ਤਾਂ ਇਸ ਨੂੰ ਦੇਖ ਰਿਹਾ ਵਾਂ ਵੀ ਇਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਨਾ IT ਪਹਿਲੇ ਅਸੀਂ ਮੰਨਦੇ ਨਹੀਂ ਸੀ ਕਿਉਂ ਯੂਜ਼ ਕਰਨਾ, IT ਨੌਲੇਜ ਹੋਣੀ ਕੋਈ ਜ਼ਰੂਰੀ ਨਹੀਂ ਹੈ। ਬਟ ਅੱਜ ਲੱਗ ਰਿਹਾ ਕਿ ਨਹੀਂ, IT ਮਸਟ ਹੈ। ਚਾਹੇ ਉਹ E-ਲਰਨਿੰਗ ਹੈ, ਚਾਹੇ ਉਹ E-ਗਵਰਨੈਂਸ ਹੈ, ਸਾਨੂੰ ਹਰ ਜਗ੍ਹਾ ਦੇ ਵਿੱਚ IT ਖੁਦ ਪਹਿਲੇ ਨੌਲੇਜ ਲੈਣੀ ਪਏਗੀ। ਫਿਰ ਅਸੀਂ ਜਿਹੜੀਆਂ ਐਪਲੀਕੇਸ਼ਨ ਬਣਾ ਰਹੇ ਹਾਂ ਉਹ ਤਾਂ ਹੀ ਲੋਕੀ ਅੱਗੇ ਉਹਨੂੰ ਯੂਜ਼ ਕਰ ਸਕਣ। ਸੋ ਦੋਨੋਂ ਚੀਜ਼ਾਂ ਦੀ ਜ਼ਰੂਰਤ ਹੈ। IT ਲਿਟਰੇਟ ਵੀ ਹੋਣਾ ਤੇ IT ਐਪਲੀਕੇਸ਼ਨਸ ਨੂੰ ਪ੍ਰੋਵਾਈਡ। ਤੇ ਹਿੰਦੁਸਤਾਨ ਦੀ ਜਿਹੜੀ IT ਦੀ ਇੱਕ ਰੈਵੋਲੂਸ਼ਨ ਆਈ ਸੀ 90s ਦੇ ਐਂਡ ਦੇ ਵਿੱਚ, ਜੀ 2000 ਚ ਸਟਾਰਟ ਹੋ ਗਿਆ ਸੀ ਯਾਰ। ਇੰਡੀਆ, ਵਿਪਰੋ, ਇਨਫੋਸਿਸ, ਸਾਰੇ ਬੱਚੇ ਪੜ੍ਹ ਕੇ BCA ਕਰਕੇ MCA ਕਰਕੇ ਜਾ ਰਹੇ ਸੀ ਇੱਧਰ। ਬਟ ਹੋਇਆ ਕੀ ਹੁਣ, ਮਤਲਬ ਇਤਨਾ ਕੁਝ ਹੋਣ ਤੋਂ ਬਾਵਜੂਦ ਇਤਨੇ ਅਰਲੀ ਅਸੀਂ ਕੰਮ ਸ਼ੁਰੂ ਕਰਤਾ, ਫਿਰ ਕਿੱਥੇ ਰਹਿ ਗਏ ਆਪਾਂ? ਜਦੋਂ ਆਧਾਰ ਦੀ ਆਪਾਂ ਗੱਲ ਕਰਦੇ ਹਾਂ, ਉਹ ਤੁਸੀਂ ਦੱਸੋ, ਥੋੜਾ ਪ੍ਰਕਾਸ਼ ਪਾਓ ਇਸ ਤਰ੍ਹਾਂ ਕਿ IT 'ਚ ਨਾ ਬਹੁਤ ਸਾਰੀ ਰੈਵੋਲੂਸ਼ਨਸ ਹੁੰਦੀਆਂ ਟਾਈਮ ਟੂ ਟਾਈਮ। ਇੱਕ ਟਾਈਮ ਸੀਗਾ ਜਦੋਂ ਅਸੀਂ ਕੁਝ ਸੌਫਟਵੇਅਰ ਡਿਜ਼ਾਈਨਿੰਗ ਦੇ ਵਿੱਚ ਬਹੁਤ ਅੱਛੇ ਲੀਡਰ ਸੀਗੇ, ਜੋ ਅੱਜ ਵੀ ਹੈਗੇ ਆ। ਬਟ ਜੋ ਰਿਸਰਚ ਰਿਪੋਰਟਸ ਕਹਿ ਰਹੀਆਂ ਨੇ ਕਿ 2022 ਤੋਂ ਬਾਅਦ ਜਿਹੜੀ ਟ੍ਰੈਡੀਸ਼ਨਲ IT ਸੌਫਟਵੇਅਰ ਲਾਈਨ ਚੱਲ ਰਹੀ ਸੀਗੀ, ਇਹ ਬਹੁਤ ਨੀਚੇ ਆ ਜਾਏਗੀ, ਜਿਸ ਦਾ ਕਿ ਆਉਣਾ ਸ਼ੁਰੂ ਹੋ ਗਿਆ। ਹੁਣ ਨਈ ਲਾਈਨ ਆਏਗੀ ਜਿਸ ਦੇ ਵਿੱਚ ਡੇਟਾ ਮਾਈਨਿੰਗ, ਮਸ਼ੀਨ ਲਰਨਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਇਸ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਵਾਲੇ ਪਰਸਨ ਹੋਣਗੇ, ਉਹਨਾਂ ਦੀ ਗਰੋਥ ਹੋਏਗੀ। ਅੱਛਾ। ਸੋ IT ਦੇ ਵਿੱਚ ਇੱਕ ਬਹੁਤ ਵੱਡਾ ਰੈਵੋਲੂਸ਼ਨ ਜਿਹੜਾ ਉਹ 1-2 ਸਾਲਾਂ 'ਚ ਸਾਨੂੰ ਦਿਖੇਗਾ। ਜੇ ਤਾਂ ਸਕਿਲਡ ਹੋਵਾਂਗੇ ਅਸੀਂ ਉਹਦੇ, ਤਾਂ ਤੇ ਅਸੀਂ ਫਿਰ ਅਗੇਨ ਲੀਡਰ ਹੋਵਾਂਗੇ ਪੂਰੇ ਵਰਲਡ ਦੇ। ਤਾਂ ਹੀ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਵੀ ਇੱਕ ਅਲੱਗ ਤੋਂ ਇੱਕ ਡਿਪਾਰਟਮੈਂਟ ਕ੍ਰੀਏਟ ਕੀਤਾ, ਇਸ ਦਾ ਇੱਕ ਨਾ ਸੈਂਟਰ ਬਣਾ ਦਿੱਤਾ, ਸੈਂਟਰ ਫॉर ਆਈ ਥਿੰਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਮ ਤੇ। ਉਹ ਇਸੀ ਚੀਜ਼ ਨੂੰ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਦਾ ਵੀ ਸਿਲੇਬਸ ਅਪਡੇਟ ਹੋਵੇ। ਨਵੀਆਂ ਜਿਹੜੇ IT ਦੇ ਵਿੱਚ AI ਬੇਸਡ ਸਟਾਰਟਅਪਸ ਨੇ, ਉਹਨਾਂ ਦੇ ਨਾਲ ਟਾਈ ਅਪ ਕੀਤਾ ਜਾਵੇ ਤਾਂ ਕਿ AI ਦਾ ਇੰਡੀਆ ਲੀਡਰ ਅਗੇਨ ਬਣੇ। ਐਟ ਪ੍ਰੈਜ਼ੈਂਟ ਚਾਈਨਾ ਉਸ ਤੇ ਵੀ ਲੀਡਰ ਹੈ। ਤੁਸੀਂ ਦੇਖੋਗੇ ਬਾਹਰਲੀ ਕੰਟਰੀਆਂ ਨੇ ਤਾਂ AI ਦੀ ਮਿਨਿਸਟਰੀ ਵੀ ਕ੍ਰੀਏਟ ਕੀਤੀ ਹੋਈ ਹੈ। ਅੱਛਾ। ਹਾਂਜੀ, ਫੋਰਨ ਦੇ ਵਿੱਚ ਆਈ ਥਿੰਕ ਜਾਪਾਨ ਔਰ ਚਾਈਨਾ ਦੇ ਵਿੱਚ ਉਹਨਾਂ ਦੀ ਮਿਨਿਸਟਰੀ ਹੈ। ਮਿਨਿਸਟਰ ਆਫ, ਜਿਸ ਤਰ੍ਹਾਂ ਆਪਣੇ ਇੱਥੇ IT ਹੈ, ਉਹਨਾਂ ਦੇ ਮਿਨਿਸਟਰ ਆਫ AI ਹੈ। ਅੱਛਾ ਜੀ। ਅੱਛਾ, ਤਾਂ ਮਤਲਬ ਇਤਨੀ ਜ਼ਿਆਦਾ ਪਲੈਨਿੰਗ ਦੀ ਲੋੜ ਹੈ। ਬਿਲਕੁਲ, ਹੈ ਨਾ। ਤੇ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਕਿ ਆਧਾਰ ਕਾਰਡ ਦੀ ਕਹਾਣੀ ਦੱਸ ਰਹੇ ਸੀ, ਕਿਸ ਤਰ੍ਹਾਂ ਇਹਦੇ 'ਚ ਰੁਕਾਵਟਾਂ ਪੈਦਾ ਹੋ ਰਹੀਆਂ ਔਰ ਕਿੱਦਾਂ ਅਸੀਂ ਪਿਛੜੇ, ਉਹ ਤਰ੍ਹਾਂ ਦੱਸੋ ਦਰਸ਼ਕਾਂ ਨੂੰ। ਦੇਖੋ, ਜਿਹੜਾ ਆਧਾਰ ਕਾਰਡ ਹੈ ਇੱਕ ਸਾਡੇ ਦੇਸ਼ ਦਾ ਇੱਕ ਪਿਲਰ ਹੈ, ਬੇਸਿਕ ਪਿਲਰ ਹੈ ਆਧਾਰ ਜਿਹੜਾ ਹੈ ਨਾ, ਕਿਉਂਕਿ ਹਰ ਇੱਕ ਨੇਸ਼ਨ ਦਾ ਨੈਸ਼ਨਲ ਇਲੈਕਟ੍ਰੋਨਿਕ ਡੇਟਾਬੇਸ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਇੰਡੀਆ ਕਾਫੀ ਲੇਟ ਅਸੀਂ ਉਸ 'ਤੇ ਸਟਾਰਟਿੰਗ ਕੀਤੀ ਹੈ। UPA ਜਦੋਂ ਸੈਕਿੰਡ ਆਈ ਸੀਗੀ, ਉਸ ਤੋਂ ਇੱਕ NEGP ਦੇ ਨਾਮ ਪ੍ਰੋਡਕਟ ਸੁਣਿਆ ਹੋਣਾ, ਨੈਸ਼ਨਲ E-ਗਵਰਨੈਂਸ ਪਲਾਨ, ਜਿਸ 'ਚ ਕਿ 31 ਮਿਸ਼ਨ ਮੋਡ ਪ੍ਰੋਜੈਕਟ ਸੀਗੇ, ਜਿਸ 'ਚ ਕਿ ਆਪਣਾ ਪਾਸਪੋਰਟ ਆਫਿਸ ਦਾ ਡਿਜੀਟਾਈਜੇਸ਼ਨ ਸੀਗਾ। ਉਸ ਤੋਂ ਬਾਅਦ ਅਸੀਂ ਦੇਖੀਏ ਆਧਾਰ ਕਾਰਡ ਹੈ, ਇਸ ਤਰ੍ਹਾਂ E-ਆਫਿਸ ਹੈ, ਬਹੁਤ ਸਾਰੇ ਪ੍ਰੋਜੈਕਟ ਸੀਗੇ। ਬਟ ਉਦੋਂ ਆਧਾਰ ਦੇ ਵਿੱਚ ਕੁਝ ਰੁਕਾਵਟਾਂ ਆਈਆਂ, ਕੁਝ ਪੋਲੀਟੀਕਲ ਪ੍ਰੈਸ਼ਰ, ਕੁਝ ਕੋਰਟ ਵੱਲੋਂ ਹੋ ਗਿਆ ਸੀਗਾ ਆਧਾਰ ਨਹੀਂ ਇੰਪਲੀਮੈਂਟ ਕਰਨਾ, ਫਿਰ ਇੰਪਲੀਮੈਂਟ ਕਰਨਾ, ਤੇ ਕੋਰਟ ਦੇ ਚੱਕਰਾਂ 'ਚ ਅਸੀਂ ਘੁੰਮਦੇ ਰਹੇ, ਉਲਝਦੇ ਰਹੇ ਅਸੀਂ ਉਸ 'ਚ ਨਾ। ਆਧਾਰ ਜਿਹੜਾ ਸੀਗਾ, ਪਾਵਰ ਉਸ ਸਮੇਂ ਹੀ ਇਹਨੇ ਇੰਨੀ ਅੱਛੀ ਪਕੜ ਲਈ ਸੀ ਕਿ ਆਧਾਰ ਜੋ ਉਦੋਂ ਹੀ ਇੰਪਲੀਮੈਂਟ ਹੁੰਦਾ, ਤੇ ਅੱਜ ਦੀ ਡੇਟ ਦੇ ਵਿੱਚ ਪੈਂਡੈਮਿਕ ਸਿਚੁਏਸ਼ਨ 'ਚ ਬਹੁਤ ਸਾਡਾ ਅੱਛਾ ਰਹਿਣਾ ਸੀਗਾ। ਜਿਸ ਤਰ੍ਹਾਂ ਚੱਲਿਆ ਹਜੇ ਵੀ, ਜਿਸ ਤਰ੍ਹਾਂ ਫੂਡ ਡਿਸਟ੍ਰੀਬਿਊਸ਼ਨ ਦੇ ਵਿੱਚ ਹੋਵੇ, ਜੇ ਆਧਾਰ ਬੇਸ ਹੁੰਦਾ ਤੇ ਉਹਦੇ 'ਚ ਪੂਰੀ ਟਰਾਂਸਪੇਰੈਂਸੀ ਰਹਿਣੀ ਸੀਗੀ, ਕਿਹਨੂੰ ਸਮਾਨ ਗਿਆ, ਕਿਹਨੂੰ ਨਹੀਂ ਗਿਆ। ਗਵਰਨਮੈਂਟ ਆਈ ਹੈ, ਗਵਰਨਮੈਂਟ ਨੇ ਆਧਾਰ ਦਾ ਚਲੋ ਅਗੇਨ ਆ ਕੇ, ਜਦੋਂ ਨੈਕਸਟ BJP ਗਵਰਨਮੈਂਟ ਆਈ ਹੈ, ਇਹਨਾਂ ਨੇ ਅੱਛਾ ਯੂਜ਼ ਕੀਤਾ ਉਸੇ ਆਧਾਰ ਨੂੰ ਇੱਕ ਬੇਸ ਬਣਾ ਕੇ। ਤੁਸੀਂ ਦੇਖੋਗੇ ਉਸੇ ਆਧਾਰ
ਜਿਹੜਾ ਆਧਾਰ ਸੀਗਾ ਉਹਦਾ ਪਹਿਲੇ ਕ੍ਰਿਟਿਸਾਈਜ਼ ਵੀ ਹੋ ਰਿਹਾ ਸੀਗਾ, ਔਰ ਅੱਜ ਉਸੇ ਆਧਾਰ ਦੇ ਬੇਸ ਦੇ ਉੱਪਰ ਸਾਡੇ ਕੋਲ ਗੱਲ ਕਰੀਏ ਤੇ ਡਿਜੀ ਲੋਕਰ ਸਭ ਤੋਂ ਫੇਮਸ ਹੈ। ਡਿਜੀ ਲੋਕਰ ਆਧਾਰ ਬੇਸ ਹੈ, ਆਧਾਰ ਦੇ ਥਰੂ ਦੀ ਆਥੈਂਟੀਕੇਸ਼ਨ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਈ ਬਾਇਓਮੈਟ੍ਰਿਕ ਅਟੈਂਡੈਂਸ ਦੀ, ਉਹ ਆਧਾਰ ਬੇਸ ਹੈ। ਅਸੀਂ ਜਨਧਨ ਕਾਊਂਟ ਦੀ ਗੱਲ ਕਰਦੇ ਹਾਂ, ਉਹ ਆਧਾਰ ਬੇਸ ਹੈ। ਤੁਸੀਂ ਕੋਈ ਵੀ ਹੁਣ ਗਵਰਨਮੈਂਟ ਸਕੀਮ ਦੇਖ ਲਓ, ਫੈਲੋਸ਼ਿਪਸ ਨੇ ਆਧਾਰ ਬੇਸ ਹੋ ਗਈਆਂ, ਪਾਸਪੋਰਟ ਆਧਾਰ ਬੇਸ ਹੋ ਗਿਆ। ਸੋ ਇੱਕ ਪਿਲਰ ਬਣ ਗਿਆ ਆਧਾਰ, ਸੋ ਉਹਦੇ ਇੰਪਲੀਮੈਂਟੇਸ਼ਨ ਦਾ ਨਾ ਬਹੁਤ ਬੈਨੀਫਿਟ ਮਿਲੇ। ਇੱਕ ਦਰਸ਼ਕਾਂ ਨੂੰ ਦੱਸਣਾ ਥੋੜਾ ਪੋਲੀਟੀਕਲ ਜ਼ਰੂਰ ਹੈ ਕਮੈਂਟ ਹੈ, ਲੇਕਿਨ ਇਹ ਆਰੋਪ ਲੱਗਦੇ ਰਹੇ ਹੈ ਇਸ ਕੋਰੋਨਾ ਕਾਲ ਦੇ ਵਿੱਚ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਜਾਂ ਫਿਰ ਕਾਉਂਸਲਰਸ ਔਰ ਐਮਐਲਏ, ਉਹਨਾਂ ਨੇ ਆਪਣੇ ਆਪਣੇ ਬੰਦਿਆਂ ਨੂੰ ਤਾਂ ਰਾਸ਼ਨ ਦੇ ਦਿੱਤਾ, ਲੇਕਿਨ ਬਹੁਤ ਵੱਡੀ ਗਿਣਤੀ ਜਿਹੜੀ ਹੈ, ਜਿਹੜੀ ਉਹਨਾਂ ਦੇ ਵੋਟਰ ਜਾਂ ਉਹਨਾਂ ਦੇ ਬੂਥਾਂ ਜਿੱਥੇ ਉਹਨਾਂ ਨੂੰ ਵੋਟਾਂ ਘੱਟ ਪੈਂਦੀਆਂ, ਉਹਨਾਂ ਨੂੰ ਰਾਸ਼ਨ ਘੱਟ ਮਿਲਿਆ। ਤੇ ਡਾਕਟਰ ਸਾਹਿਬ ਜਿਹੜੇ ਦੱਸ ਰਹੇ ਗੱਲ ਕਿ ਐਕਚੁਅਲ 'ਚ ਅਗਰ ਆਧਾਰ ਕਾਰਡ ਦੇ ਨਾਲ ਪ੍ਰੋਪਰਲੀ ਆਪਾਂ ਡਿਜੀਟਲ ਹੋ ਕੇ ਚੱਲਦੇ ਬਿਲਕੁਲ ਤਾਂ ਹਰ ਘਰ ਰਾਸ਼ਨ ਪਹੁੰਚ ਜਾਣਾ ਸੀ। ਜੀ ਤੇ ਅਗਲੇ ਤੁਸੀਂ 2022 ਚ ਕਿਹਾ ਕਿ 2022 ਤੋਂ ਬਾਅਦ ਮੇਰੇ ਇੱਕ ਹੋਰ ਕੁਐਸਚਨ ਇਹ ਹੈ, ਅਗਰ ਕੋਈ ਆਈਟੀ ਦੇ ਬੱਚੇ ਸਾਡੇ ਦੇਖ ਰਹੇ, ਜਿੱਦਾਂ ਹੁਣ ਮੰਨ ਲਓ ਕਿ ਇਹ ਜੁਲਾਈ 2020 ਚੱਲ ਰਿਹਾ, ਹੁਣ ਨਵਾਂ ਸੈਸ਼ਨ ਸ਼ੁਰੂ ਹੋਏਗਾ, ਜਿਹੜੇ ਬੱਚੇ ਹੁਣ ਇਸ ਟਾਈਮ BCA ਕਰਨ ਜਾ ਰਹੇ ਜਾਂ ਫਿਰ BSc IT ਕਰਨ ਜਾ ਰਹੇ ਜਾਂ ਬਾਕੀ BTech ਕਰਨ ਜਾ ਰਹੇ ਕੰਪਿਊਟਰ ਸਾਇੰਸ ਦੇ ਵਿੱਚ, ਉਹਨਾਂ ਨੂੰ ਕਿਤਨਾ ਕੁ ਪੜਾਇਆ ਜਾ ਰਿਹਾ ਜਿਹੜਾ ਕਿ ਅਪਡੇਟਡ ਹੈ, ਮਤਲਬ ਯੂਜ਼ਫੁਲ ਜਿਹਨਾਂ ਆਪਾਂ ਕਹੀਏ, ਜਿਹੜਾ ਕਿ ਉਹਨਾਂ ਨੂੰ ਫਾਇਦਾ ਹੋਏਗਾ। ਸਿਲੇਬਸ ਦੀ ਗੱਲ ਕਰ ਰਹੇ ਆਪਾਂ। ਦੇਖੋ ਜੀ IT ਦਾ ਜਿਹੜਾ ਸਾਡਾ ਸਿਲੇਬਸ ਹੈ ਨਾ ਜੀ, ਅਸੀਂ ਉਹਦੀ ਗੱਲ ਕਰੀਏ ਐਟ ਪ੍ਰੈਜ਼ੈਂਟ, ਚਾਹੇ ਉਹ BCA ਹੈ, MC MSc IT ਹੈ, ਸਾਡਾ ਸਿਲੇਬਸ ਜਿਹੜਾ ਵਾ ਉਹ ਲਿਮਿਟਿਡ ਹੈ, ਕਾਫੀ ਪੁਰਾਣਾ ਚੱਲ ਰਿਹਾ। ਇੱਕ ਜਿਸ ਤਰ੍ਹਾਂ ਗੱਲ ਕਰਾਂ, ਇੱਕ ਪ੍ਰੋਗਰਾਮਿੰਗ ਇਨ C ਲੈਂਗੁਏਜ ਹੈ, ਉਹ ਪ੍ਰੋਗਰਾਮਿੰਗ ਇਨ C ਜਿਹੜੀ ਹੈ ਉਹ 10th ਦੇ ਸਟੂਡੈਂਟ ਨੂੰ ਵੀ ਲੱਗੀ ਹੈ, ਅੱਜ ਕੱਲ੍ਹ +2 'ਚ ਵੀ ਹੈ, ਉਹ BCA 'ਚ ਵੀ ਉਸਨੂੰ ਪੜ੍ਹਨੀ ਪੈਂਦੀ ਹੈ, ਉਹੀ ਇੱਕ ਲੈਂਗੁਏਜ। ਉਹ ਗਿਆ ਕਿ MCA ਦੇ ਸਬਜੈਕਟ 'ਚ ਵੀ ਉਹਨੂੰ ਉਹੀ ਲੈਂਗੁਏਜ ਹੈ। ਤੇ ਜਿਹੜਾ ਬੱਚਾ ਐਂਡਰੋਇਡ ਹੈ, ਜਿਹੜੀਆਂ ਐਸੀ ਨਵੀਆਂ ਪ੍ਰੋਗਰਾਮਿੰਗ ਲੈਂਗੁਏਜ ਆ ਰਹੀਆਂ, ਐਂਪ ਪ੍ਰੋਗਰਾਮਿੰਗ ਲੈਂਗੁਏਜ ਆ ਰਹੇ, ਸੋ ਉਹਨਾਂ ਦਾ ਸਾਡੇ ਸਿਲੇਬਸ 'ਚ ਹੀ ਨਹੀਂ ਹੈ। ਅੱਛਾ, ਜਿਹੜੀਆਂ ਕੰਮ ਆਣੀਆਂ ਉਹ ਸਾਡੇ ਸਿਲੇਬਸ 'ਚ ਨਹੀਂ ਹੈ, ਸਾਡੇ ਸਿਲੇਬਸ 'ਚ ਉਹ ਨੇ ਜਿਹੜੀਆਂ ਪੁਰਾਣੀਆਂ ਚੱਲ ਰਹੀਆਂ। ਜੀ ਤਾਂ ਫਿਰ ਪ੍ਰਧਾਨ ਮੰਤਰੀ ਜਿਹੜਾ ਚੈਲੰਜ ਹੈ, ਉਹ ਚੈਲੰਜ ਤਾਂ ਪਹਿਲਾਂ ਤਾਂ IT ਇੰਡਸਟਰੀ ਔਰ ਐਜੂਕੇਸ਼ਨ ਇੰਸਟੀਟਿਊਸ਼ਨਸ 'ਚ ਹੋਣਾ ਚਾਹੀਦਾ ਕਿ ਭਾਈ ਪਹਿਲਾਂ ਸਿਲੇਬਸ ਤਾਂ ਅਪਡੇਟ ਕਰੋ। ਬਿਲਕੁਲ, ਔਰ ਆਈ ਥਿੰਕ ਹੁਣ ਤਾਂ ਇਹ ਚਾਹੀਦਾ ਹੈ ਕਿ ਜਿਹੜਾ ਸਾਡੀ 3 ਇਅਰਸ ਦੀ ਡਿਗਰੀ ਹੈ ਉਸਨੂੰ ਆਪਾਂ ਕਰੀਏ ਵੀ 1.5 ਈਅਰ ਜਿਹੜਾ ਵਾ ਸਟੂਡੈਂਟ ਯੂਨੀਵਰਸਿਟੀ 'ਚ ਲਗਾਏਗਾ, 1.5 ਈਅਰ ਜਿਹੜਾ ਉਹ ਪ੍ਰੈਕਟੀਕਲ ਕਰੇਗਾ, ਕੰਪਨੀ 'ਚ ਕਰੇਗਾ ਜਾਂ ਕਿਤੇ ਜਾਂ ਕਿਸੇ ਵੀ ਪ੍ਰੈਕਟੀਕਲ ਕਰੇ, ਤਾਂ ਕਿ ਉਸਨੂੰ ਪ੍ਰੈਕਟੀਕਲ ਦੀ ਨੌਲੇਜ ਹੋਵੇ। ਜੀ ਤੁਸੀਂ ਇੱਕ ਰਿਸਰਚ ਦੇ ਉੱਪਰ ਗੱਲ ਕਰ ਰਹੇ ਸੀ ਕਿ ਤੁਹਾਡਾ ਆਪਣਾ ਜਿਹੜਾ ਰਿਸਰਚ ਹੈ ਈ ਗਵਰਨੈਂਸ ਦਾ, ਥੋੜਾ ਉਹਦੇ ਤੇ ਦੱਸੋ ਕਿ ਉਹ ਕੀ ਸੀਗਾ ਔਰ ਆਉਣ ਵਾਲੇ ਟਾਈਮ 'ਚ ਉਹ ਕਿੰਨਾ ਰੈਲੇਵੈਂਟ ਹੈ। ਜਿਹੜਾ ਮੇਰਾ PhD ਦਾ ਥੀਸਿਸ ਸੀ, ਉਸਦਾ ਟਾਈਟਲ ਸੀਗਾ ਡਿਜ਼ਾਈਨ ਆਫ UID ਬੇਸਡ ਆਨਲਾਈਨ ਸੈਂਸਿਸ ਫॉर ਈ ਗਵਰਨੈਂਸ। ਇਸ ਦੇ ਵਿੱਚ ਗੱਲ ਕੀਤੀ ਗਈ ਸੀ ਕਿ ਜਿਹੜੀ ਸਾਡੀ ਸੈਂਸਿਸ ਹੁੰਦੀ ਹੈ ਆਫਟਰ 10 ਇਅਰਸ ਅਸੀਂ ਡੇਟਾ ਕਲੈਕਟ ਕਰਦੇ ਹਾਂ, ਉਸ 'ਚ ਨਾ ਬਹੁਤ ਸਾਰਾ ਸਾਡਾ ਟੀਚਰਸ ਦਾ ਯੂਟੀਲਾਈਜੇਸ਼ਨ, ਸਮਾਨ ਦੀ ਯੂਟੀਲਾਈਜੇਸ਼ਨ ਹੁੰਦੀ ਹੈ, ਔਰ ਉਹ 'ਚ ਜਿਹੜੇ ਅੰਕੜੇ ਹੈ, ਜਿਹੜੇ ਸੈਂਸਿਸ ਦੇ ਹੁੰਦੇ, ਉਸੀ ਦੇ ਬੇਸ ਦੇ ਉੱਪਰ ਸਾਡੀਆਂ ਨੈਕਸਟ 10 ਇਅਰਸ ਦੀਆਂ ਪਾਲਿਸੀਜ਼ ਡਿਜ਼ਾਈਨ ਹੁੰਦੀਆਂ। ਤੁਸੀਂ ਦੇਖੋ ਜਿਹੜੀ ਸੈਂਸਿਸ 2001 'ਚ ਹੋਈ ਹੈ, ਉਹਦੀ ਕਾਊਂਟਿੰਗ ਜਦੋਂ ਮੈਨੂਅਲੀ ਹੁੰਦਾ ਸੀਗਾ ਡੇਟਾ ਕਾਊਂਟਿੰਗ, ਉਸਦੀ ਕਾਊਂਟਿੰਗ ਤੋਂ ਬਾਅਦ ਨਈਆਂ ਜਿਹੜੀਆਂ ਉਸ 'ਚ ਰਿਪੋਰਟਸ ਬਣਦੀਆਂ ਸੀ, ਉਹਨੂੰ ਆਉਂਦੇ 5-7 ਸਾਲ ਲੱਗ ਜਾਂਦੇ ਸੀਗੇ। 5-7 ਸਾਲ ਬਾਅਦ ਆਉਂਦੀ ਸੀਗੀ, ਫਿਰ ਉਸ ਦੇ ਬੇਸ ਦੇ ਉੱਪਰ ਰਿਸਰਚਰ ਆਪਣੀਆਂ ਪਾਲਿਸੀਆਂ ਡਿਜ਼ਾਈਨ ਕਰਦੇ ਸੀ ਉਸ ਡੇਟਾ ਨੂੰ ਬੇਸ ਮੰਨ ਕੇ, ਫਿਰ ਉਹ ਅੱਗੇ 2010 ਦੇ ਵਿੱਚ ਇੰਪਲੀਮੈਂਟ ਹੋ ਰਹੀਆਂ। ਯਾਨੀ ਕਿ ਕਿੰਨਾ ਡਿਲੇ ਆ ਗਿਆ ਵਿੱਚ, ਅਸੀਂ ਕਿੰਨੀ ਪ੍ਰੈਡਿਕਸ਼ਨ ਕਰ ਲਾਂਗੇ ਕਿੰਨਾ ਕੁਝ ਹੋਇਆ ਸੀਗਾ, ਸੋ ਅਸੀਂ ਡਿਲੇ ਹੋ ਗਿਆ। ਟੀਚਰਸ ਦੀ ਗੱਲ ਕਰੀਏ ਤੇ ਟੀਚਰਸ, ਰੇਲਵੇ EMPLOYE, ਬੈਂਕ EMPLOYE ਸਾਰਿਆਂ ਨੂੰ ਅਸੀਂ ਯੂਟੀਲਾਈਜ਼ ਕਰਦੇ ਹਾਂ। ਇਹ ਲਾਈਕ 2 ਇਅਰਸ ਦੀ ਇੱਕ ਐਕਸਰਸਾਈਜ਼ ਹੁੰਦੀ ਹੈ ਸੈਂਸਿਸ, ਜਿਸ 'ਚ ਸਾਡੇ 2 ਇਅਰਸ ਇਨਵੋਲਵ ਹੁੰਦੇ ਨੇ। 2 ਸਾਲ ਜਨਸੰਖਿਆ ਦੇਸ਼ 'ਚ ਹਾਂਜੀ, ਪੂਰੇ ਦੇਸ਼ 'ਚ ਚੱਲਦੀ ਹੈ ਕੰਪੇਨ ਦੇ ਵਿੱਚ, ਇੰਨਾ ਟਾਈਮ ਸਾਡਾ ਯੂਟੀਲਾਈਜ਼ ਹੁੰਦਾ। ਤਾਂ ਉਸ ਚੀਜ਼ ਨੂੰ ਮੈਂ ਆਧਾਰ ਦੇ ਨਾਲ ਲਿੰਕ ਕੀਤਾ ਸੀਗਾ ਕਿ ਆਧਾਰ ਨਾਲ ਜਦੋਂ ਅਸੀਂ ਲਿੰਕ ਕਰ ਦਾਂਗੇ ਸਾਡੇ ਕੋਲ 9 ਪੈਰਾਮੀਟਰਸ ਦਾ ਸੈਂਸਿਸ ਆਧਾਰ 'ਚ ਆ ਜਾਣਗੇ। ਜਿਹੜੇ ਬਾਕੀ ਪੈਰਾਮੀਟਰਸ ਹੈ ਜਦੋਂ ਵਨ ਟਾਈਮ ਸਾਡੇ ਕੋਲ ਆ ਗਏ, ਅਸੀਂ ਉਸ ਤੋਂ ਬਾਅਦ ਅਸੀਂ ਇੱਕ ਲਾਈਨ ਲਗਾਤੀ ਕਿ ਜਦੋਂ ਕਿਸੇ ਨੇ ਫੋਰ ਐਗਜ਼ਾਮਪਲ ਅਸੀਂ ਉਸ 'ਚ ਇੱਕ ਪੈਰਾਮੀਟਰ ਰੱਖਿਆ ਹੋਇਆ ਐਜੂਕੇਸ਼ਨ ਦਾ ਕਿ ਇਸ ਦੀ ਕੁਆਲੀਫਿਕੇਸ਼ਨ ਕਿੰਨੀ ਹੈ, ਜਦੋਂ ਕੈਂਡੀਡੇਟ ਨੇ ਆਪਣੀ ਡਿਗਰੀ ਲਿੱਤੀ ਉਹਦੀ ਤੁਰੰਤ ਜਿਹੜਾ ਸੈਂਸਿਸ ਦਾ ਡੇਟਾਬੇਸ ਹੈ ਉਹ ਅਪਡੇਟ ਹੋ ਗਿਆ, ਬਿਲਕੁਲ ਤੁਰੰਤ। ਕਿਸੇ ਨੇ ਕਾਰ ਲਿੱਤੀ, ਉਹਦਾ ਆਧਾਰ ਦਾ ਜਿਹੜਾ ਸੈਂਸਿਸ ਦਾ ਡੇਟਾਬੇਸ ਸੀਗਾ ਉਹ ਤੁਰੰਤ ਅਪਡੇਟ ਹੋ ਗਿਆ। ਸਾਨੂੰ ਆਫਟਰ 10 ਈਅਰ ਮਾਰਕੀਟ 'ਚ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਸੈਂਸਿਸ ਲਈ। ਸਾਡਾ ਬਹੁਤ ਪੈਸਾ ਦੇਸ਼ ਦਾ ਜਿਹੜਾ ਉਹ ਬਚ ਜਾਣਾ ਸੀ। ਜੋ ਡੈਥ ਹੋਈ ਤਾਂ ਫਿਰ ਆਪਣਾ ਰਜਿਸਟਰ ਕਰ ਗਿਆ ਜੀ, ਡੈਥ ਹੋ ਗਈ, ਉਹ ਸੈਂਸਸ ਤੋਂ ਨਿਕਲ ਗਿਆ, ਸੈਂਸਸ ਕਰਨ ਦੀ ਲੋੜ ਖਤਮ। ਅਗੇਨ ਜਾਣ ਦੀ ਲੋੜ ਹੀ ਨਹੀਂ ਹੈ। ਉਹਦੇ 'ਚ ਮੈਂ ਦੱਸਿਆ ਸੀਗਾ ਜੇ ਕੋਈ ਬਰਥ ਹੋ ਰਿਹਾ ਕਿਸੇ ਦਾ, ਤਾਂ ਬਰਥ ਦਾ ਜਦੋਂ ਹੀ ਅਸੀਂ ਸਰਟੀਫਿਕੇਟ ਡਿਜ਼ਾਈਨ ਕਰਦੇ ਹਾਂ, ਜਦੋਂ ਬਰਥ ਦੇ ਅਸੀਂ ਐਂਟਰੀ ਪਾਉਂਦੇ ਹਾਂ, ਉਹ ਸੈਂਸਿਸ ਦੇ ਵਿੱਚ ਉਹ ਪੇਰੈਂਟਸ ਦੇ ਨਾਲ ਉਹ ਅਟੈਚ ਹੋ ਜਾਏਗਾ, ਸਾਨੂੰ ਜਾਣ ਦੀ ਜ਼ਰੂਰਤ। ਉਹ ਆਟੋ ਨਾਲੇ ਤੁਹਾਨੂੰ
ਅੱਜ ਦੇਸ਼ ਦੇ ਸਾਡੇ ਕੋਲ ਕਿੰਨੇ ਸਿਟੀਜ਼ਨਸ ਹੈਗੇ ਨੇ, ਕਿੰਨਿਆਂ ਦੀ ਡੈਥ ਹੋਈ ਤੇ ਕਿੰਨਿਆਂ ਦਾ ਬਰਥ ਹੋਇਆ, ਉਹ ਰੀਅਲ ਟਾਈਮ ਤੇ ਪਤਾ ਲੱਗਦਾ ਰਹੇਗਾ ਡੈਸ਼ਬੋਰਡ ਤੇ। ਠੀਕ ਹੈ ਅਸੀਂ 2-3 ਕੁਐਸਚਨ ਹੋਰ ਲੈਣੇ ਆ। ਇੱਕ ਪ੍ਰਸ਼ਨ ਇਹ ਹੈ ਕਿ ਚਾਈਨੀਜ਼ ਕੰਪਨੀਆਂ ਨੂੰ ਅਗਰ ਅਸੀਂ ਇੱਥੋਂ ਕੱਢਿਆ ਪਹਿਲਾ ਪੁਆਇੰਟ ਕਿ ਇਹ ਚੰਗਾ ਹੋਇਆ, ਦੂਸਰਾ ਇਹ ਕਿ ਚਾਈਨੀਜ਼ ਕੰਪਨੀਆਂ ਕਿਸ ਤਰ੍ਹਾਂ ਦਾ ਖਤਰਾ ਸਾਨੂੰ ਸੀਗਾ ਉਹਨਾਂ ਤੋਂ, ਕਿ ਕਿਉਂਕਿ ਤੁਸੀਂ ਸ਼ੋਅ ਤੋਂ ਪਹਿਲਾਂ ਦੱਸ ਰਹੇ ਕਿ ਇੱਕ ਇਹ ਦਿਮਾਗ ਨੂੰ ਕੰਟਰੋਲ ਕਰਨ ਵਾਲਾ ਗੇਮ ਹੈ ਆਈਟੀ ਦੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਔਰ ਇਹ ਚਾਈਨੀਜ਼ ਜੋ ਗੇਮ ਹੈ ਉਹ ਥੋੜਾ ਦੱਸੋ ਕਿ ਚਾਈਨਾ ਜੋ ਐਪ ਹੁੰਦੀਆਂ ਨੇ ਸਾਡੇ ਫੋਨ ਦੇ ਵਿੱਚ, ਇਹ ਸਾਡੇ ਕੋਲ ਸਾਰਾ ਡੇਟਾ ਇਹਨਾਂ ਦੇ ਕੋਲ ਆਟੋਮੈਟਿਕ ਚਲਾ ਜਾਂਦਾ। ਸਾਡੇ ਕੰਟੈਕਟ ਨੰਬਰ, ਜਦੋਂ ਤੁਸੀਂ ਕੋਈ ਵੀ ਐਪ ਇੰਸਟਾਲ ਕਰਦੇ ਹੋ, ਉਹ 'ਚ ਆਪਸ਼ਨ ਆਉਂਦੀ ਹੈ ਟਿਕ 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 ਕਰਦੇ ਹੋ ਕਿ ਉਹਨਾਂ ਕੋਲ ਸਾਡਾ ਜਿਹੜਾ ਅਸੀਂ ਦੇਖਦੇ ਨਹੀਂ ਕਦੀ, ਤੁਸੀਂ ਚੈੱਕ ਹੀ ਨਹੀਂ ਕਰਦੇ ਹੋ। ਯੈਸ ਫੋਟੋ ਦਾ ਐਕਸੈਸ ਦੇਣਾ, ਯੈਸ ਗੈਲਰੀ ਐਕਸੈਸ ਦੇਣਾ, ਯੈਸ ਅਸੀਂ ਕਰਕੇ ਉਹਨਾਂ ਨੂੰ ਦੇ ਦੇਣਾ। ਉਸ ਤੋਂ ਬਾਅਦ ਉਸ ਡੇਟਾ ਨੂੰ ਯੂਜ਼ ਕਰ ਸਕਦੀਆਂ ਆਪਣੇ ਕਿਸੇ ਵੀ ਮਕਸਦ ਦੇ ਲਈ, ਉਹਨਾਂ ਦਾ ਯੂਜ਼ ਹੋ ਸਕਦਾ ਉਸ ਡੇਟਾ ਦਾ। ਉਹ ਇੱਕ ਗੰਭੀਰ ਸਮੱਸਿਆ ਸੀ। ਉਸ ਤੋਂ ਹਟਾਉਣ ਦੇ ਨਾਲ ਜਿਹੜਾ ਰੈਵਨਿਊ ਜਨਰੇਟ, ਜਿਹੜਾ ਮੈਂ ਪਹਿਲੇ ਦੱਸਿਆ ਨਾ, ਪਬਲਿਸ਼ਰ ਦਾ ਕੰਮ ਕਰਦੀਆਂ ਕੰਪਨੀਆਂ, ਐਜ਼ ਏ ਕਿਸੇ ਨੂੰ ਪ੍ਰਮੋਟ ਕਰਨ ਦਾ ਕੰਮ ਕਰਦੀਆਂ, ਉਹ ਵਾਲਾ ਕੰਮ ਜਿਹੜਾ ਸੀ ਉਹ ਖਤਮ ਹੋ ਗਿਆ ਉਹਨਾਂ ਦਾ, ਖਤਮ ਹੋ ਗਿਆ। ਚਾਈਨਾ ਆਪਣੀ ਪਾਲਿਸੀਜ਼ ਆਪਣਾ ਦਿਮਾਗ ਨਹੀਂ ਲਗਾ ਸਕੇਗਾ। ਸੋ ਇੱਕ ਬਹੁਤ ਅੱਛਾ ਡਿਸੀਜਨ ਹੈ। ਟਿਕਟੋਕ ਤੇ ਵੈਸੇ ਵੀ ਦੇਖੋ, ਇੱਕ ਕਰਾਂਗਾ, ਇਹ ਸਾਰੀਆਂ ਐਂਟਰਟੇਨਮੈਂਟ ਦਾ ਸਾਧਨ ਹੈ ਟਿਕਟੋਕ। ਆ ਸਾਡੇ ਦੇਸ਼ ਦਾ ਯੂਥ ਬਹੁਤ ਸਾਰਾ ਇਹੋ ਜਿਹੀ ਐਪ 'ਚ ਫਸਿਆ ਹੋਇਆ ਸੀ। ਔਰ ਇੱਕ ਜਿਹੜਾ ਆਈਟੀ ਲਾਈਨ ਹੈ, ਇਹ ਅਸੀਂ ਇਹ ਨਾ ਸਮਝੀਏ ਕਿ ਇੱਕ ਐਂਟਰਟੇਨਮੈਂਟ ਹੈ, ਇਹ ਇੱਕ ਐਜੂਕੇਸ਼ਨ ਲੈਣ ਦਾ ਬਹੁਤ ਅੱਛਾ ਮਾਧਿਅਮ ਹੈ, ਅਰਨਿੰਗ ਕਰਨ ਦਾ ਇੱਕ ਬਹੁਤ ਅੱਛਾ ਮਾਧਿਅਮ ਹੈ। ਸੋ ਸਾਨੂੰ ਇਹ ਦੇਖਣਾ ਪਏਗਾ ਕਿ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਜਾਂ ਐਂਟਰਟੇਨਮੈਂਟ ਹੀ ਅਸੀਂ ਕਰਦੇ ਰਹਿਣਾ। ਤੇ ਇੱਕ ਬੜਾ ਅੱਛਾ ਪੁਆਇੰਟ ਤੁਸੀਂ ਕਿਹਾ ਕਿ ਇਹ ਤਾਂ ਬਸ ਐਂਟਰਟੇਨਮੈਂਟ ਸੀਗੀ, ਬਿਲਕੁਲ, ਜਦਕਿ ਇਹਦੇ ਬਹੁਤ ਜ਼ਿਆਦਾ ਫਾਇਦੇ ਹੈਗੇ ਨੇ। ਬਿਲਕੁਲ। ਤੇ ਦੂਸਰਾ ਇੱਕ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਦੱਸੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਇਹ ਲੋਕਾਂ ਨੂੰ ਮਤਲਬ ਉਹਨਾਂ ਦੇ ਦਿਮਾਗ ਤੇ ਕੰਟਰੋਲ ਕਰ ਲੇਗੀ। ਇਨਸਾਨ ਆਪਣੇ ਦਿਮਾਗ ਤੋਂ ਘੱਟ ਔਰ ਆਈਟੀ ਕੰਪਨੀ ਦੇ ਦਿਮਾਗ ਦੇ ਨਾਲ ਜ਼ਿਆਦਾ ਚੱਲਿਆ ਕਰੇਗਾ। ਅਸੀਂ ਕਹਿ ਰਹੇ ਕਿ ਵਰਲਡ ਲੀਡਰ ਉਹੀ ਹੋਏਗਾ ਅੱਜ ਦੇ ਟਾਈਮ ਦੇ ਵਿੱਚ ਜਿਸ ਕੋਲ ਡੇਟਾ ਹੋਏਗਾ। ਬਿਲਕੁਲ। ਡੇਟਾ ਮੀਨਸ ਸਾਡੀ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਅਸੀਂ ਸ਼ੇਅਰ ਕਰ ਰਹੇ ਹਾਂ, ਉਸ ਤੋਂ ਇਨਫੋਰਮੇਸ਼ਨ ਜਿਹੜੀ ਸਾਡੀ ਉਹਨਾਂ ਕੋਲ ਜਾਂਦੀ ਹੈ, ਅਸੀਂ ਪਹਿਲੇ ਤਾਂ ਉਹਨਾਂ ਨੂੰ ਬੇਸਿਕ ਡੇਟਾ ਦਿੰਦੇ ਹਾਂ, ਨਾਮ ਦੇਤੇ ਆ, ਜੈਂਡਰ ਦੇਤੇ ਆ, ਏਜ ਦੇਤੇ ਆ, ਅਸੀਂ ਕੀ ਸਰਚ ਕਰ ਰਹੇ ਹਾਂ ਦੇਤੇ ਆ, ਉਸ ਨੂੰ ਕੋਲੈਬੋਰੇਟ ਕਰਕੇ ਇੱਕ ਇਨਫੋਰਮੇਸ਼ਨ ਜਨਰੇਟ ਹੋਈ। ਉਸ ਤੋਂ ਇਨਫੋਰਮੇਸ਼ਨ ਹੋਈ ਹੈ ਕਿ ਇੱਥੇ ਦੇ ਲੋਕਾਂ ਦਾ ਕੀ ਸੋਚ ਕੀ ਹੈ। ਅੱਛਾ ਕਿਸ ਤਰ੍ਹਾਂ ਇਹ ਕੰਮ ਸੋਚ ਜਿਹੜੀ ਐਕਸ਼ਨਸ ਨਾਲ ਬਿਲਕੁਲ ਦਿਖਦੀ ਹੈ। ਹਾਂਜੀ, ਤੁਸੀਂ ਦੇਖੋ ਜਿਹੜੇ ਲਾਸਟ ਇਲੈਕਸ਼ਨਸ ਹੋਏ, ਉਸੇ ਫੇਸਬੁੱਕ ਦੇ ਉੱਪਰ ਆਇਆ ਵੀ ਡੇਟਾ ਲੀਕ ਹੋ ਗਿਆ। ਹਾਂਜੀ ਉਸ ਹੋਇਆ ਕੋਈ ਕੈਂਬਰਿਜ ਐਨਾਲਿਟਿਕਸ ਕੰਪਨੀ ਜੀ, ਉਹਨਾਂ ਦਾ ਆਇਆ। ਸੋ ਅਸੀਂ ਨਾ ਆਈਟੀ ਦੇ ਥਰੂ ਦੇਖਦੇ ਹਾਂ ਵੀ ਲੋਕਾਂ ਦਾ ਇੰਟਰਸਟ ਕੀ ਹੈ। ਇਲੈਕਸ਼ਨਸ, ਪ੍ਰੋਟੈਸਟ ਹੁੰਦੇ ਆ ਕਈ ਵਾਰੀ, ਤੁਸੀਂ ਦੇਖੋ ਅੱਜ ਕੁਝ ਵੀ ਨਹੀਂ, ਉੱਥੇ ਕੱਲ ਇੰਨਾ ਵੱਡਾ ਪ੍ਰੋਟੈਸਟ ਹੋ ਗਿਆ। ਉਹ ਪ੍ਰੋਟੈਸਟ ਕਿੱਦਾਂ ਹੋਇਆ, ਉਹਦੇ 'ਚ ਲੋਕਾਂ ਦੀ ਸਾਈਕੋਲੋਜੀ ਦੇਖੀ ਜਾਂਦੀ ਹੈ, ਇੱਥੇ ਦੇ ਲੋਕ ਕਿਸ ਤਰ੍ਹਾਂ ਦਾ ਸੋਚਦੇ ਨੇ, ਇਸ ਏਰੀਆ ਦੇ ਲੋਕ ਕਿਹੜੇ ਮਸਲੇ ਨਾਲ ਭਟਕਦੇ, ਕਿਹੜੇ ਮਸਲੇ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਇਹ ਤੁਰੰਤ ਬਾਹਰ ਨਿਕਲ ਆਣਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕੈਪਚਰ, ਇੱਕ ਤਾਂ ਸੀ ਇਹ ਪੁਆਇੰਟ। ਸੈਕਿੰਡ ਜਿਹੜੀ ਮੈਂ ਗੱਲ ਕੀਤੀ ਸੀ ਕਿ ਨਾ ਸਟਾਰਟਿੰਗ 'ਚ ਚੁਆਇਸ ਆਈ, ਕੀ ਕਰਦੇ ਸਾਡੀ ਚੁਆਇਸ ਦੇ ਉੱਪਰ ਕੰਟਰੋਲ ਕਰ ਰਹੀ ਹੈ। ਤੁਸੀਂ ਕੁਝ ਚੀਜ਼ ਨੈਟ ਤੇ ਸਰਚ ਕੀਤੀ, ਉਹ ਤੁਹਾਨੂੰ ਉਸ ਤਰ੍ਹਾਂ ਦੇ ਰਿਲੇਟਡ ਉਹਨੇ ਸਾਰੀ ਹਿਸਟਰੀ ਨਿਕਾਲ ਕੇ ਦੇ ਦੇਣੀ। ਸੋ ਇਹ ਡੇਟਾ ਮਾਈਨਿੰਗ ਦਾ ਕਨਸੈਪਟ ਹੈ। ਇਹ ਡੇਟਾ ਮਾਈਨਿੰਗ ਦੇ ਥਰੂ ਅਸੀਂ ਜੋ ਲੋਕ ਸੋਚਦੇ ਨੇ ਉਹ ਚੀਜ਼ਾਂ ਉਹਨਾਂ ਨੂੰ ਲਿਆ ਕੇ ਦੇ ਦਿੱਤੀ, ਜਾਂ ਉਹਨਾਂ ਦੇ ਜੋ ਮਾਈਂਡ 'ਚ ਵੀ ਹੁੰਦੀ ਹੈ ਉਹ ਵੀ ਤੁਰੰਤ ਸਿਸਟਮ ਤੇ ਅੱਗੇ ਆ ਜਾਂਦੀ। ਤਦੇ ਚਾਈਨਾ ਨੇ ਕਲੋਜ਼ ਸਿਸਟਮ ਰੱਖਿਆ ਹੈ, ਉਹਨਾਂ ਦੀ ਲੋਕਾਂ ਦੀ ਮਾਈਂਡਸੈਟ ਕੋਈ ਨਹੀਂ ਪੜ ਪਾ ਰਿਹਾ ਵਿਦੇਸ਼ੀ। ਬਿਲਕੁਲ, ਉਹਨਾਂ ਨੇ ਤਾਂ ਆਪਣਾ ਗੂਗਲ ਜਿਸ ਤਰ੍ਹਾਂ ਆਪਾਂ ਯੂਜ਼ ਕਰ ਰਹੇ ਉਹਨਾਂ ਦਾ ਸਰਚ ਇੰਜਨ ਵੀ ਆਪਣਾ ਹੈ। ਅੱਛਾ, ਉਹਨੇ ਫੇਸਬੁੱਕ ਦੇ ਨਾਮ ਤੋਂ, ਹਾਂ, ਉਹਨਾਂ ਦਾ ਆਪਣਾ ਸੋਸ਼ਲ ਮੀਡੀਆ ਸਾਰਾ ਆਪਣਾ ਹੈ। ਉਹਨਾਂ ਨੇ ਉੱਥੇ ਸਭ ਬੈਨ ਕੀਤੀਆਂ ਹੋਈਆਂ ਐਪਲੀਕੇਸ਼ਨਸ। ਤਾਂ ਉਹ ਸਮਝ ਰਹੇ ਨੇ ਕਿ ਚੀਜ਼ਾਂ ਸਾਨੂੰ ਚਾਈਨਾ ਤੋਂ ਸਿੱਖਣੀ ਵੀ ਚਾਹੀਦੀਆਂ। ਬਿਲਕੁਲ ਇਸ ਮਾਮਲੇ ਤੇ ਡੇਟਾ ਸਿਕਿਉਰਿਟੀ ਦੇ ਉੱਪਰ ਤਾਂ ਚਾਈਨਾ ਤੋਂ ਸਿੱਖਣਾ ਚਾਹੀਦਾ ਵੀ ਕਿਸ ਤਰ੍ਹਾਂ ਆਪਾਂ ਆਪਣਾ ਡੇਟਾ ਸਿਕਿਉਰ ਰੱਖਣਾ ਹੈ। ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਆਪਣਾ ਆਈਟੀ ਦਾ ਕੰਮ, ਕਿੱਦਾਂ ਚੱਲ ਰਿਹਾ? ਆਪਾਂ ਬਾਕੀ ਸਟੇਟਸ ਨਾਲ ਮੁਕਾਬਲਾ ਕਰੀਏ, ਪੰਜਾਬ ਦੀ ਸਥਿਤੀ ਤੁਹਾਨੂੰ ਕੀ ਲੱਗਦੀ ਕੀ ਹੈ? ਪੰਜਾਬ ਗਵਰਨਮੈਂਟ ਨੇ ਈ ਗਵਰਨੈਂਸ ਰਿਫਾਰਮ ਡਿਪਾਰਟਮੈਂਟ ਇੱਕ ਜਿਹੜਾ ਹੈਗਾ ਸੁਸਾਇਟੀ, ਉਸ ਦੇ ਵਿੱਚ ਬਹੁਤ ਅੱਛਾ ਇਨੀਸ਼ੀਏਟਿਵ ਲਿੱਤਾ। ਉੱਥੇ ਬਹੁਤ ਅੱਛੇ ਡਿਵੈਲਪਰਸ ਰੱਖੇ ਨੇ, ਬਹੁਤ ਅੱਛੀਆਂ ਐਪਲੀਕੇਸ਼ਨ ਉੱਥੋਂ ਡਿਜ਼ਾਈਨ ਹੋ ਰਹੀਆਂ ਨੇ। ਔਰ ਗਵਰਨਮੈਂਟ ਨੇ ਕਰਤੇ ਵੀ ਜੇ ਕਿਸੇ ਨੇ ਵੀ ਆਪਣੀ ਕੋਈ ਪੰਜਾਬ ਗਵਰਨਮੈਂਟ ਦੇ ਅਦਾਰੇ ਨੇ ਐਪਲੀਕੇਸ਼ਨ ਬਣਾਉਣੀ ਹੈ ਤਾਂ ਪੂਰੀ ਉਸ ਨੂੰ ਪੰਜਾਬ ਈ ਗਵਰਨੈਂਸ ਸੁਸਾਇਟੀ ਉਸ ਨੂੰ ਦੇਖੇਗਾ। ਅੱਛਾ, ਉਹੀ ਉਸ ਨੂੰ ਅੱਗੇ ਕਰੇਗਾ, ਪ੍ਰਮੋਟ ਕਰੇਗਾ ਕਿਸ ਨੂੰ ਕਰਨਾ। ਬਟ ਇਹ 'ਚ ਇੱਕ ਬਹੁਤ ਵੱਡਾ ਇਸ਼ੂ ਇਹ ਹੈ ਪੰਜਾਬ 'ਚ ਆਪਣੇ ਕਿ ਯੂਜ਼ਰ ਫ੍ਰੈਂਡਲੀ ਐਪਲੀਕੇਸ਼ਨਾਂ ਨਹੀਂ ਹੈ ਆਪਾਂ ਕੋਲ। ਯੂਜ਼ਰ ਫ੍ਰੈਂਡਲੀ ਮਤਲਬ ਆਸਾਨ ਨਹੀਂ ਚਲਾਣੀ, ਆਸਾਨ ਨਹੀਂ ਹੈ। ਸਾਡੇ ਕੋਲ ਐਪਲੀਕੇਸ਼ਨਾਂ ਇੰਨੀਆਂ, ਅਸੀਂ ਬਜਟ ਇੰਨਾ ਲੈ ਕੇ ਆਉਂਦੇ ਹਾਂ, ਇਨਵੈਸਟ ਕਰ ਦਿੰਦੇ ਹਾਂ, ਬਟ ਐਂਡ ਯੂਜ਼ਰ ਨੂੰ ਨਹੀਂ ਪਤਾ ਕਿ ਮੇਰੇ ਲਈ ਕਿਹੜੀ ਹੈ। ਜਿਸ ਤਰ੍ਹਾਂ ਮੈਂ ਹੁਣ ਅਸੀਂ ਜਲੰਧਰ 'ਚ ਬੈਠੇ ਹਾਂ ਤੇ ਜਲੰਧਰ 'ਚ ਜੇ ਕਿਸੇ ਨੂੰ ਕੋਈ ਕਾਰਪੋਰੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਨੂੰ ਨਹੀਂ ਪਤਾ ਕਿ ਮੇਰੇ ਜੇ ਆ ਗਈ ਤੇ ਮੈਂ ਉਹਨੂੰ ਕਿਸ ਤਰ੍ਹਾਂ, ਕਿਹੜੀ ਐਪ ਦੇ ਥਰੂ ਜਾ ਕੇ ਦਰਜ ਕਰਾਣਾ। ਉਹ ਇੱਕ ਨੰਬਰ ਸੀਗਾ, ਉਹ ਕਿਸੇ ਨੂੰ ਨਹੀਂ ਪਤਾ। ਜੇ ਕਰੋਗੇ ਤਾਂ ਹਜੇ ਕੋਈ ਫੋਨ ਨਹੀਂ ਪਿਕ ਕਰ ਰਿਹਾ।
ਸੋ ਸਾਨੂੰ ਐਪਲੀਕੇਸ਼ਨ ਬਣਾਉਣ ਦੇ ਨਾਲ ਇਹ ਵੀ ਦੇਖਣਾ ਕਿ ਉਹਨੂੰ ਅਵੇਅਰਨੈਸ ਕਿੱਦਾਂ ਲੋਕਾਂ 'ਚ ਲੈ ਕੇ ਆਉਣੀ। ਤੁਸੀਂ ਬਹੁਤ ਬੜਾ ਪੁਆਇੰਟ ਦੱਸਿਆ ਕਿ ਤੁਹਾਡੇ ਘਰ ਦੇ ਬਾਹਰ ਅਗਰ ਮਤਲਬ ਤੁਹਾਡਾ ਸੀਵਰੇਜ ਜਾਮ ਹੈ, ਬਿਲਕੁਲ ਹੈ ਨਾ, ਤੁਸੀਂ ਕੋਈ ਐਪਲੀਕੇਸ਼ਨ ਹੈ ਹੀ ਨਹੀਂ, ਹਾਂ। ਕਿਤੇ ਫੋਟੋ ਕਰਕੇ ਪਹਿਲਾਂ ਇਹ ਇਹਨਾਂ ਨੇ ਟ੍ਰਾਇਲ ਬੇਸਿਸ ਤੇ ਕੁਝ ਐਪਲੀਕੇਸ਼ਨ ਕੱਢੀਆਂ ਸੀ, ਪਤਾ ਨਹੀਂ ਚੱਲੀਆਂ ਨਹੀਂ ਇਦਾਂ ਚੱਲੀਆਂ। ਹੁੰਦਾ ਕਿ ਆਈਟੀ ਦੇ ਵਿੱਚ ਨਾ ਉਹਦੇ ਬਹੁਤ ਵਿੱਚ ਸਾਰੀਆਂ ਐਪਲੀਕੇਸ਼ਨਾਂ ਆਉਂਦੀਆਂ ਨੇ, But- ਉਹ ਇੱਕ ਨਾਮ ਦੇ ਲਈ ਆਉਂਦੀਆਂ ਨੇ, ਹਾਂ, ਹਾਂ, ਇਨੋਗ੍ਰੇਸ਼ਨ ਹੁੰਦੀ ਹੈ ਹਾਂ, ਹਾਂ, ਬਹੁਤ ਵੱਡੇ ਹਾਂ। ਲੈਵਲ ਦੇ ਵਿੱਚ, ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ, ਸਾਲ ਬਾਅਦ ਉਹਨੂੰ ਅਸੀਂ ਮੇਨਟੇਨੈਂਸ ਨਹੀਂ ਰੱਖਦੇ ਉਸ ਐਪਲੀਕੇਸ਼ਨ ਦੀ। ਮੇਨਟੇਨੈਂਸ ਉਹ ਬੰਦ ਕੀ ਹੋ ਹੁੰਦੀ ਜਾਂਦੀ ਹੈ ਇਹਦੀ? ਦੇਖੋ ਮੇਨਟੇਨੈਂਸ ਇਸ ਤਰ੍ਹਾਂ ਆਈਟੀ ਦੇ ਵਿੱਚ ਐਪ ਬਣਾਉਣਾ ਮੁਸ਼ਕਲ ਨਹੀਂ ਹੈ, ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਨਾ, ਹਾਂ। ਉਹਦੀ ਮੇਨਟੇਨੈਂਸ ਰੱਖਣਾ ਬਹੁਤ ਮੁਸ਼ਕਲ ਹੈ। ਹਮ। ਜਦੋਂ ਡੇਟਾ ਆਉਣਾ ਸ਼ੁਰੂ ਹੋ ਗਿਆ, ਉਸ ਨੂੰ ਕਿੱਦਾਂ ਮੈਨੇਜ ਕਰਨਾ ਹੈ, ਯੂਜ਼ਰ ਫ੍ਰੈਂਡਲੀ ਕਿੱਦਾਂ ਬਣਾਉਣਾ ਹੈ, ਇਹ ਸਾਰੀ ਉਹਦੀ ਮੇਨਟੇਨੈਂਸ ਹੈ। ਆਫਟਰ 1 ਈਅਰ ਉਹਨੂੰ ਰੀਨਿਊ ਕਰਵਾਉਣਾ ਹੈ। ਹੁਣ ਕਈ ਐਪਲੀਕੇਸ਼ਨਾਂ ਜਿਹੜੀਆਂ ਰੀਨਿਊ ਨਹੀਂ ਹੁੰਦੀਆਂ ਆਫਟਰ 1 ਈਅਰ, ਉਹ ਇੱਕ ਸਾਲ ਜਲਦੀਆਂ ਅਗਲੇ ਸਾਲ ਬੰਦ ਹੋ ਗਈਆਂ। ਠੀਕ ਹੈ ਤੁਸੀਂ ਜਿੱਦਾਂ ਕਿ ਸਪੋਜ਼ ਕਰੋ ਕਿ ਕਾਰਪੋਰੇਸ਼ਨ ਦੀ ਆਪਾਂ ਗੱਲ ਕਰੀਏ, ਉੱਤੇ ਕਲਰਕ ਬੈਠਾ ਹੈ, ਕਲਰਕ ਕੋ ਐਕਸੈਸ ਹੈਗੀ ਐਪਲੀਕੇਸ਼ਨ ਦੀ, ਜੀ, ਜੀ। ਇਹ ਤੋਂ 1000 ਕੰਪਲੇਂਟ ਚਲੀ ਗਈ, ਵਿਚਾਰੇ ਨੇ ਤਾਂ ਬੌਂਦਲ ਜਾਣਾ, ਕਰਨਾ ਕੀ ਕਿ ਅੱਗੇ ਕਿਉਂਕਿ ਇਸ ਦਾ ਨਾ ਆਈਟੀ ਦੇ ਵਿੱਚ ਇਹ ਹੈ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਇਸ ਡਿਪਾਰਟਮੈਂਟ ਨੇ ਆਪਣੀ ਐਪਲੀਕੇਸ਼ਨ ਲਾਂਚ ਕੀਤੀ। ਹਾਂ ਹਾਂ ਹਾਂ, ਬੜੇ ਕੀਤੀ ਉਹ ਬਹੁਤ ਸਾਨੂੰ ਮੀਡੀਆ 'ਚ ਵੀ ਅੱਛਾ ਇੱਕ ਨਾਮ ਆ ਜਾਂਦਾ, ਹਾਈਪ ਮਿਲ ਜਾਂਦਾ ਕਿ ਇਸ ਬੰਦੇ ਨੇ ਇਹ ਵਾਲੀ ਐਸਾ ਲੱਗੇਗਾ ਵੀ ਇਹ ਪਤਾ ਲੱਗੇਗਾ, ਇਹ ਹੋਏਗਾ। ਹੁਣ ਅਸੀਂ ਉਹ ਡੀਪ ਨਹੀਂ ਦੇਖਦੇ, ਉਹਦਾ ਪ੍ਰੋਸੈਸ ਸਾਨੂੰ ਦੇਖੋ ਉਹਦੇ 'ਚ ਨਾ ਇੱਕ ਆਂਦੇ ਵੀ ਸਿਟੀਜ਼ਨ ਨੂੰ ਰਿਪਲਾਈ ਕਿੰਨੇ ਦਿਨਾਂ 'ਚ ਮਿਲੇਗਾ ਗਰੀਵੈਂਸ ਦਾ। ਕਿਸੇ ਨੇ ਕੋਈ ਸ਼ਿਕਾਇਤ ਦਰਜ ਕੀਤੀ ਹੈ, ਇਹ ਪੋਰਟਲ ਬਣੇ ਆ, ਹਾਂ ਜੀ, ਉਹਦੇ 'ਚ 2 ਦਿਨ 'ਚ ਨਹੀਂ ਹੁੰਦਾ। ਮੈਨੂੰ ਯਾਦ ਹੈ ਅਸੀਂ ਇੱਕ ਮੁਹਾਲੀ ਦਾ ਇੱਕ ਐਪਲੀਕੇਸ਼ਨ ਬਹੁਤ ਅੱਛੀ ਮਿਊਨਿਸਪਲ ਕਾਰਪੋਰੇਸ਼ਨ ਦੀ ਡਿਜ਼ਾਈਨ ਕੀਤੀ ਸੀਗੀ, ਉਦੋਂ ਮੈਂ ਚੰਡੀਗੜ੍ਹ ਸੀਗਾ, ਤੇ ਅਸੀਂ ਉਸ 'ਚ ਨਾ ਪੂਰਾ ਰੱਖਿਆ ਸੀਗਾ ਵੀ ਜੇ 2 ਦਿਨ ਜੇਈ ਦੇ ਲੈਵਲ ਤੇ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਹੈ, ਤੇ ਤੀਸਰੇ ਦਿਨ ਜਿਹੜੀ ਆ ਉਹ ਨੈਕਸਟ ਲੈਵਲ ਤੇ ਚਲੀ ਜਾਏਗੀ, ਐਸਡੀ ਕੋ ਚਲੀ ਜਾਏਗੀ। ਜੀ ਜੀ ਬਿਲਕੁਲ, ਐਸਡੀਓ ਨੂੰ ਚਲੇਗੀ। ਜੇ ਐਸਡੀਓ ਨੇ ਵੀ ਨੈਕਸਟ ਲੈਵਲ ਨਹੀਂ ਕੀਤੀ ਤਾਂ ਤੁਰੰਤ ਇਵਨਿੰਗ ਦੇ ਵਿੱਚ ਐਕਸੀਅਨ ਨੂੰ, ਜੇ ਐਕਸੀਅਨ ਕੋਲ ਨਹੀਂ ਗਈ ਹੈ ਤਾਂ ਕਮਿਸ਼ਨਰ ਨੂੰ ਚਲੀ ਜਾਏਗੀ। ਅੱਛਾ ਜੀ। ਤੋਂ ਜੇ ਉਹਦਾ 4 ਦਿਨਾਂ 'ਚ ਨਿਪਟਾਰਾ ਨਹੀਂ ਹੁੰਦਾ ਸ਼ਿਕਾਇਤ ਦਾ, ਤੇ ਉਹ ਕਮਿਸ਼ਨਰ ਜਿਹੜਾ ਉਹ ਤੁਰੰਤ ਫਿਰ ਉਹਨਾਂ ਦੀ ਡਿਊਟੀ ਲਗਾਉਂਦਾ ਸੀ ਵੀ ਕਿਉਂ ਨਹੀਂ ਹੋ ਰਿਹਾ। ਕਮਿਸ਼ਨਰ ਖੁਦ ਫੋਨ, ਯਾਨੀ ਕਿ ਇਸ ਤਰ੍ਹਾਂ ਦਾ ਇੱਕ ਸਾਨੂੰ ਜਦੋਂ ਐਪ ਦੀ ਗੱਲ ਕਰਦੇ ਆ, ਇਸ ਤਰ੍ਹਾਂ ਦਾ ਇੱਕ ਪੂਰਾ ਡਿਜ਼ਾਈਨ ਕਰਨਾ ਚਾਹੀਦਾ ਸਿਸਟਮ ਜਿਹਨਾਂ ਪ੍ਰੋਪਰ ਬੈਨੀਫਿਟ ਮਿਲ ਸਕੇ। ਮਤਲਬ ਹਰ ਡਿਪਾਰਟਮੈਂਟ ਜਿਹੜਾ ਉਹ ਅਗਰ ਇਦਾਂ ਦੀ ਐਪਲੀਕੇਸ਼ਨਸ ਨਾਲ ਇੱਕ ਸੀਰੀਅਸ ਐਪਲੀਕੇਸ਼ਨਸ ਦੇ ਨਾਲ ਆਪਾਂ ਕੀ ਜੁੜੇਗਾ, ਹਰ ਜਗ੍ਹਾ ਆਈਟੀ ਦਾ ਦੇ ਨਾਲ ਆਪਾਂ ਜੁੜੇ ਹੋਵਾਂਗੇ, ਹਰ ਜਗ੍ਹਾ ਆਈਟੀ ਨਾਲ ਕੰਮ ਹੋਏਗਾ, ਤੇ ਕੀ ਇਹਦੇ ਨਾਲ ਕਿਤੇ ਨੌਕਰੀ ਤਾਂ ਨਹੀਂ ਜਾਣਗੀਆਂ, ਇਹ ਨੌਕਰੀ ਤਾਂ ਨਹੀਂ ਖਾਏਗਾ? ਨਹੀਂ ਜੀ ਨਹੀਂ, ਆਈਟੀ ਜਿਹੜਾ ਨਾ ਇੱਕ ਨੌਕਰੀ ਖਾਣ ਵਾਲਾ ਨਹੀਂ ਹੈ, ਇੱਕ ਸਾਨੂੰ ਇੱਕ ਰਿਲੈਕਸੇਸ਼ਨ ਦਿੰਦਾ ਹੈ ਕਿ ਅਸੀਂ ਘਰ ਬੈਠ ਕੇ ਕੰਫਰਟੇਬਲ ਜ਼ੋਨ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਸਕਦੇ ਹਾਂ। ਰੇਲਵੇ ਦੀ ਟਿਕਟ ਬੁੱਕ ਕਰਵਾਉਣੀ ਹੈ, ਹੁਣ ਤੁਸੀਂ ਉੱਥੇ ਜਾਂਦੇ ਸੀਗੇ ਫੋਰ ਐਗਜ਼ਾਮਪਲ, ਉੱਥੇ ਜਾ ਕੇ ਆਪਣੀ ਟਿਕਟ ਬੁੱਕ ਕਰਵਾਉਂਦੇ ਸੀ, ਜੇ ਕੈਂਸਲ ਕਰਵਾਉਣੀ ਹੈ ਫਿਰ ਨੈਕਸਟ ਦਿਨ ਲਾ ਕੇ ਆਪਣਾ ਲਾਈਨ 'ਚ ਲੱਗੋ, ਟਾਈਮਿੰਗ ਹੁੰਦੀ ਸੀ ਇਸ ਟਾਈਮ ਤੋਂ ਇਸ ਟਾਈਮ 'ਚ, ਫਿਰ ਕੈਂਸਲ ਹੋਏਗੀ। ਤੇ ਹੁਣ ਤੁਸੀਂ ਘਰ ਬੈਠੇ ਆਪਣੀ ਟਿਕਟ ਬੁੱਕ ਕਰਵਾਓ, ਟਿਕਟ ਘਰ ਬੈਠ ਕੇ ਕੈਂਸਲ ਕਰਵਾਓ। ਦੇਖੋ ਆਈਟੀ ਵਾਲੇ ਨੂੰ ਰੋਜ਼ਗਾਰ ਮਿਲੇਗਾ, ਰੋਜ਼ਗਾਰ ਨਹੀਂ ਕਿਸੇ ਦਾ ਵੀ ਛਿਨਿਆ ਹੈ, ਰੋਜ਼ਗਾਰ ਵੀ ਮਿਲਣਾ, ਰੋਜ਼ਗਾਰ ਹੀ ਮਿਲੇਗਾ। ਠੀਕ ਹੈ, ਤੇ ਹੋਰ ਕੁਝ ਤੁਸੀਂ ਬੱਚਿਆਂ ਵਾਸਤੇ ਕਹਿਣਾ ਚਾਹੋ ਕਿ ਤੁਸੀਂ ਇੱਕ ਦੱਸ ਰਹੇ ਸੀ ਕਿ ਸੈਂਟਰ ਗਵਰਨਮੈਂਟ ਦੀ ਇੱਕ ਪੋਰਟਲ ਹੈ, ਐਪਲੀਕੇਸ਼ਨ ਹੈ, ਉਹ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਿਤਾਬਾਂ, ਰਿਸਰਚ ਪੇਪਰ ਹੈਗੇ ਨੇ, ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ। ਅਸੀਂ ਨਾ ਬੇਸਿਕਲੀ ਜਿਹੜਾ ਆਈਟੀ ਨੂੰ ਯੂਜ਼ ਕਰਦੇ ਹਾਂ, ਅਸੀਂ ਇੱਕ ਸੋਸ਼ਲ ਮੀਡੀਆ, ਤੁਸੀਂ ਕਿਸੇ ਦਾ ਫੋਨ ਚੈੱਕ ਕਰ ਲਓ, ਉਹਨਾਂ ਦੇ ਫੋਨ ਦੇ ਵਿੱਚ ਇੱਕ ਐਪ ਹੋਏਗੀ ਫੇਸਬੁੱਕ, ਇੱਕ ਹੋਏਗਾ WhatsApp, ਟਿਕਟੌਕ, ਜੋ ਯਾਨੀ ਅਸੀਂ ਗੱਲ ਕਰਦੇ ਹਾਂ ਐਂਟਰਟੇਨਮੈਂਟ ਦਾ, ਪਰ ਅਸੀਂ ਆਪਣਾ ਫੋਨ ਨਹੀਂ ਯੂਜ਼ ਕਰਦੇ ਹਾਂ, ਮੋਸਟਲੀ ਲੋਕ ਇਹੀ ਹੈ। ਪਰ ਸਾਡੇ ਕੋਲ ਗਵਰਨਮੈਂਟ ਨੇ ਰਿਸਰਚ ਦੇ ਲਈ ਜਦੋਂ ਅਸੀਂ ਕਹਿੰਦੇ ਹਾਂ ਵੀ ਇੰਨਾ ਕਰੋੜਾਂ ਰੁਪਇਆ ਲਗਾਤੇ, ਉਹਦੇ 'ਚ ਐਪਲੀਕੇਸ਼ਨਾਂ ਬਣਾਈਆਂ। ਕੁਝ ਮੈਂ ਐਪਲੀਕੇਸ਼ਨ ਦੱਸਦਾ, ਕੋਈ ਵੀ ਪੋਸਟ ਗ੍ਰੈਜੂਏਸ਼ਨ ਸਟੂਡੈਂਟ ਹੈ, ਪੀਜੀ ਸਟੂਡੈਂਟ ਹੈ, ਉਹ ਈਪੀਜੀ ਪਾਠਸ਼ਾਲਾ ਨਾਮ ਦੀ ਇੱਕ ਵੈਬਸਾਈਟ ਹੈ। ਅੱਛਾ, ਈਪੀਜੀ ਪਾਠਸ਼ਾਲਾ, ਜਿਸ ਦੇ ਵਿੱਚ 20,000 ਤੋਂ ਅਬਵ ਜੀ ਈ ਬੁక్స్ ਔਰ ਵੀਡੀਓਜ਼ ਅਪਲੋਡਡ ਨੇ, ਔਰ ਉਸ ਦੇ ਵਿੱਚ 70 ਕੋਰਸਿਸ, ਚਾਹੇ ਉਹ ਕੰਪਿਊਟਰ ਸਾਇੰਸ ਹੋਵੇ, ਅਕਾਊਂਟ ਹੋਵੇ, ਮੈਡੀਕਲ ਦੀ ਸਟੱਡੀ ਹੋਵੇ, ਚਾਹੇ ਆਰਟਸ ਹੋਵੇ, ਆਰਟਸ ਦਾ ਕੋਈ ਸਬਜੈਕਟ ਹੈ, ਅੱਛਾ ਜੀ, ਐਜੂਕੇਸ਼ਨ ਦਾ ਕੋਈ ਸਬਜੈਕਟ ਹੈ, ਅੱਛਾ, ਸੋਸ਼ਲ ਸਾਇੰਸ, ਪੋਲੀਟੀਕਲ ਸਾਇੰਸ, ਹਿਸਟਰੀ, ਸਭ ਉੱਥੇ ਅਵੇਲੇਬਲ ਨੇ ਜੀ। ਹਰ ਇੱਕ ਦੀ ਬੁੱਕ ਹੈ, ਸਬਜੈਕਟ ਵਾਈਜ਼ ਬੁੱਕ ਹੈ, ਔਰ ਕੰਟੈਂਟ ਪੂਰਾ A क्लास कंटेंट है। अच्छा जी। सेकंड गल करिए NPTEL, NPTEL एक ऐसा इनिशिएटिव है जिदे विच IITs ਦੇ 1000 ਪ੍ਰੋਫੈਸਰ ਸਿਲੈਕਟਡ ਪ੍ਰੋਫੈਸਰਸ ਨੇ ਉਹਨਾਂ ਦੀਆਂ ਵੀਡੀਓ ਲੈਕਚਰਸ ਅਪਲੋਡ ਕੀਤੇ ਹੋਏ ਨੇ, ਔਰ ਫ੍ਰੀ ਆਫ ਕੋਸਟ ਐਨੀਮੇਸ਼ਨ ਦੇ ਉੱਪਰ, ਜਰਨਲਿਜ਼ਮ ਦੇ ਉੱਪਰ, ਮਸ਼ੀਨ ਲਰਨਿੰਗ ਤੇ AI ਤੇ ਕੋਈ ਵੀ ਕੋਰਸ ਕਰ ਸਕਦਾ ਹੈ, ਨੋ ਏਜ ਬਾਰ, ਨੋ ਕੁਆਲੀਫਿਕੇਸ਼ਨ, ਕੋਰਸ ਵੀ ਕਰ ਸਕਦੇ ਆਪਾਂ। ਜੀ ਜੀ ਜੀ, IIT ਤੋਂ IIT ਦੇ ਪ੍ਰੋਫੈਸਰਸ ਕੋਰਸਿਸ ਚਲਾ ਰਹੇ ਨੇ, ਉਸ ਤੇ ਉਹਨਾਂ ਦੇ ਅਪਲੋਡਡ ਕੀਤੇ ਹੋਏ ਕੋਰਸਿਸ ਨੇ,
ਖਰਚਾ ਕੋਈ ਨਹੀਂ ਹੈ। ਲੋ ਜੀ, ਮਤਲਬ ਫ੍ਰੀ ਕੋਰਸਸ, ਫ੍ਰੀ ਆਫ ਕੋਸਟ ਨੇ। ਉਹਦੇ 'ਚ ਇੱਕ ਆਪਸ਼ਨ ਆਉਂਦੀ ਹੈ, ਜੇ ਤੁਸੀਂ ਲਾਸਟ 'ਚ ਸਰਟੀਫਿਕੇਟ ਕੋਰਸਿਸ ਕਰਨਾ, ਸਰਟੀਫਿਕੇਟ ਲੈਣਾ ਚਾਹੁੰਦੇ ਹੋ ਤੇ ਉਹਦੇ ਲਈ ਕੁਝ ਇੱਕ ਮਿਨੀਮਮ ਪੇ ਕਰੋ ਤੇ ਤੁਸੀਂ ਆਪਣਾ ਸਰਟੀਫਿਕੇਟ ਲਓ। ਬਾਕੀ ਟੋਟਲੀ ਕੋਰਸ ਫ੍ਰੀ ਹੈ, ਸਿੱਖਣਾ ਫ੍ਰੀ, ਔਰ ਨਾ ਏਜ ਹੈ ਤੇ ਉਹੀ ਮੈਂ ਦੱਸ ਰਿਹਾ, ਨਾ ਕੁਆਲੀਫਿਕੇਸ਼ਨ ਦੀ ਜ਼ਰੂਰਤ ਹੈ। ਠੀਕ ਹੈ, ਤਾਂ ਕੋਈ ਇਹਦੇ ਐਗਜ਼ਾਮਪਲਸ ਆ ਰਹੇ ਤੁਹਾਡੇ ਸਾਹਮਣੇ ਜਿਹਨਾਂ ਨੇ ਉੱਥੇ ਕੋਰਸ ਕੀਤਾ ਹੋਇਆ? ਜਾਂ ਫਿਰ ਦੇਖੋ ਉਸ ਤੋਂ ਕੋਰਸਿਸ ਕਰਕੇ ਬਹੁਤ ਸਾਰੇ ਲੋਕ ਆਪਣੀ ਜੌਬਸ ਦੇ ਵਿੱਚ ਪ੍ਰਮੋਸ਼ਨਸ ਲੈ ਰਹੇ ਨੇ, ਮੈਂ ਦੇਖਿਆ ਨੇ। ਅੱਛਾ, ਜਿਨ੍ਹਾਂ ਨੇ ਨਏ, ਜਿਸ ਤਰ੍ਹਾਂ ਮੈਂ ਦੱਸਿਆ ਨਾ, ਆਈਟੀ ਦੇ ਵਿੱਚ ਬਦਲਾਅ ਆ ਰਿਹਾ, ਮਸ਼ੀਨ ਲਰਨਿੰਗ ਆ ਰਹੀ, AI ਆ ਰਹੀ ਹੈ, ਡੇਟਾ ਮਾਈਨਿੰਗ, ਸੋ ਲੋਕੀ ਇਸ ਤਰ੍ਹਾਂ ਦੇ ਕੋਰਸਿਸ ਕਰ ਰਹੇ ਨੇ ਉੱਥੋਂ ਦੇ ਬਹੁਤ ਸਾਰੇ, ਔਰ ਬਹੁਤ ਸਾਰੀ ਫੈਕਲਟੀ ਕਰ ਰਹੇ ਨੇ ਇਸ ਤਰ੍ਹਾਂ ਦੇ। ਜਿਸ ਤਰ੍ਹਾਂ ਆਪਣੀ ਲੋਕਲ ਲੈਵਲ ਕਾਲਜ ਨੇ, ਉਹਨਾਂ ਦੇ ਜਿਹੜੇ ਟੀਚਰਸ ਨੇ ਉੱਥੋਂ ਦੇ ਕੋਰਸਿਸ ਕਰ ਰਹੇ ਨੇ, ਟੀਚਰਸ ਵੀ ਕਰ ਰਹੇ, ਉਹ ਵੀ ਸਕਿਲਡ ਹੋ ਰਹੇ ਨੇ। ਜੀ ਜੀ ਜੀ। ਅਗਲੇ ਪ੍ਰਸ਼ਨ ਵੱਲ ਅਸੀਂ बढ़ते ਹਾਂ। ਤੁਸੀਂ ਸਾਨੂੰ ਇਹ ਦੱਸੋ ਕਿ ਇਸ ਵਕਤ ਸਰਕਾਰ ਵੀ ਕੁਝ ਨਾ ਕੁਝ ਕਰ ਰਹੀ ਹੈ, IT ਪ੍ਰੋਫੈਸ਼ਨਲਸ ਵੀ ਕੁਝ ਨਾ ਕੁਝ ਕਰ ਰਹੇ ਨੇ, ਆਮ ਜਨਤਾ ਜਿਹੜੀ ਹੈ ਉਹ ਕੀ ਕਰੇ? ਅਗਰ ਅਸੀਂ ਚਾਈਨਾ ਨੂੰ ਜਾਂ ਫਿਰ ਵਰਲਡ ਲੀਡਰ ਬਣਨਾ IT ਦੇ ਵਿੱਚ, ਤਾਂ ਉਹ ਤੁਸੀਂ ਕਹਿੰਦੇ ਯੂਜ਼ਰ ਬੇਸ ਵਧੇਗਾ, ਪਹਿਲੇ ਦੱਸੋ ਕਿ ਤਦੇ ਕੁਝ ਹੋਏਗਾ। ਬਿਲਕੁਲ। ਤੇ ਆਮ ਆਦਮੀ ਕੀ ਕਰੇ? ਦੇਖੋ ਆਮ ਆਦਮੀ ਜਿਹੜਾ, ਉਹਨੂੰ ਲਿਟਰੇਟ ਹੋਣਾ ਪਏਗਾ IT ਦੇ ਲਈ, ਤੇ ਉਸ ਨੂੰ ਇਹ ਦੇਖਣਾ ਪਏਗਾ ਵੀ ਅਵੇਅਰਨੈਸ ਕਿੱਥੋਂ ਗੇਨ ਕਰ ਸਕਦਾ ਹੈ। ਸਾਈਬਰ ਅਵੇਅਰਨੈਸ, ਸਭ ਤੋਂ ਜ਼ਿਆਦਾ ਫਰੋਡ ਹੋ ਰਹੇ ਨੇ ਅੱਜ ਦੇ ਟਾਈਮ 'ਚ, ਆਨਲਾਈਨ ਫਰੋਡ ਸੁਣੇ ਹੋਣਗੇ। ਹਾਂ, ਤੇ ਸਾਨੂੰ ਜ਼ਰੂਰਤ ਹੈ ਕਿ ਲੋਕਾਂ ਨੂੰ ਅਵੇਅਰਨੈਸ ਕਰੀਏ ਵੀ ਕਿਸ ਤਰ੍ਹਾਂ IT ਦਾ ਯੂਜ਼ ਕਰਨਾ ਹੈ, ਆਪਣਾ OTP ਕਿਸੇ ਨਾਲ ਸ਼ੇਅਰ ਨਹੀਂ ਕਰਨਾ ਹੈ। ਸਾਡਾ ਯੂਜ਼ਰ ਬੇਸ ਵੀ ਵੱਧ ਗਿਆ, ਜੇ ਉਹ 'ਚ ਅਵੇਅਰਨੈਸ ਨਹੀਂ ਹੋਏਗੀ ਫਿਰ ਕਮੀ ਹੈ। ਸੋ ਸਾਨੂੰ ਹੈ ਵੀ ਜਿਹੜੇ ਲੋਕੀ IT ਦੇ ਨਾਲ ਨਹੀਂ ਘੁਲੇ ਮਿਲੇ, ਉਹਨਾਂ ਨੂੰ ਆਪਾਂ ਲਿਟਰੇਟ ਕਰੀਏ ਖੁਦ। ਠੀਕ ਹੈ, ਇਹ ਸਭ ਤੋਂ ਵੱਡਾ ਇਨੀਸ਼ੀਏਟਿਵ ਹੈ। ਠੀਕ ਹੈ। ਦੂਸਰਾ, ਪੰਜਾਬ ਇੱਕ ਐਗਰੋ ਸਟੇਟ ਵੀ ਹੈਗੀ ਹੈ, ਇਹਦੇ ਵਿੱਚ ਦੁਆਬੇ ਦੀ ਗੱਲ ਕਰੀ, ਦੁਆਬਾ ਆਪਣਾ ਇੱਕ ਆਲੂ ਦਾ ਇੱਕ ਵੱਡਾ ਹੱਬ ਹੈ, ਖਾਸ ਕਰਕੇ ਸੀਡ ਦਾ ਬਹੁਤ ਵੱਡਾ ਹੱਬ ਹੈ। ਤੇ ਇਹ ਸਾਰੇ ਐਗਰੀਕਲਚਰ ਦੇ ਵਿੱਚ ਅਸੀਂ IT ਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹਾਂ? ਇਹ ਬਹੁਤ ਅੱਛਾ ਤੁਸੀਂ ਕੁਐਸਚਨ ਕੀਤਾ ਜੀ। IT ਦਾ ਜਿਹੜਾ ਯੂਟਿਲਾਈਜੇਸ਼ਨ ਹੈ, ਡਿਪੈਂਡ, ਇਹੀ ਰਿਸਰਚ ਹੈ, ਉਹਨੂੰ ਕਿੱਦਾਂ ਕਰ ਸਕਦੇ ਹਾਂ। ਇਸ 'ਚ ਅਸੀਂ ਨਾ ਪੋਟੈਟੋ ਦੇ ਲਈ ਇੱਕ ਜਲੰਧਰ ਦਾ ਹੀ ਇੱਕ ਕੋਲਡ ਸਟੋਰੇਜ ਹੈ, ਲੋਕਲ ਸਟੋਰੇਜ, ਅਸੀਂ ਉੱਥੇ ਇੱਕ IT ਦਾ ਬਹੁਤ ਅੱਛਾ ਕੋਲਡ ਸਟੋਰ ਦਾ ਇੱਕ ਸੌਫਟਵੇਅਰ ਡਿਜ਼ਾਈਨ ਕੀਤਾ। ਅਸੀਂ ਉਸ ਦੇ ਵਿੱਚ ਕੀ ਕੀਤਾ, ਕੋਲਡ ਸਟੋਰੇਜ 'ਚ ਜਿਹੜੀ ਇਸ਼ੂਜ਼ ਆਉਂਦੇ ਸੀਗੇ, ਉਹ ਆਉਂਦੇ ਸੀਗੇ ਵੀ ਕਿੰਨਾ ਮਾਲ ਪਿਆ, ਕਿੰਨਾ ਮਾਲ ਚਲਾ ਗਿਆ, ਕਿੰਨੀ ਡਿਮਾਂਡ ਆ ਰਹੀ ਹੈ, ਉਸ ਨੂੰ ਮੈਨੇਜ ਕਰਨਾ ਸਾਰਾ ਟੋਟਲੀ ਕੰਮ ਮੈਨੂਅਲੀ ਚੱਲਦਾ ਸੀਗਾ। ਅਸੀਂ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ, ਇਹਦੇ ਲਈ ਇੱਕ ਸੌਫਟਵੇਅਰ ਡਿਜ਼ਾਈਨ ਕੀਤਾ, ਕੋਲਡ ਸਟੋਰੇਜ ਮੈਨੇਜਮੈਂਟ। ਓਕੇ, ਇਹ ਸਪੈਸ਼ਲੀ ਫॉर ਪੋਟੈਟੋ ਕੋਲਡ ਸਟੋਰੇਜ ਦੇ ਲਈ ਹੈ, ਜਿਹੜਾ ਕਿ ਆਪਣੇ ਦੁਆਬੇ ਵਿੱਚ ਬਹੁਤ ਹੀ ਜ਼ਿਆਦਾ ਚੱਲ ਰਿਹਾ। ਤਾਂ ਅਸੀਂ ਇੱਥੇ ਇੱਕ ਆਨਲਾਈਨ ਸੌਫਟਵੇਅਰ ਡਿਜ਼ਾਈਨ ਕੀਤਾ ਉਹਨਾਂ ਦੇ ਲਈ, ਜਿਸ 'ਚ ਕਿ ਸੋਇੰਗ ਤੋਂ ਲੈ ਕੇ ਪੋਟੈਟੋ ਦਾ ਜਿਹੜਾ ਬਾਹਰ ਜਾਣਾ ਹੁੰਦਾ, ਉੱਥੇ ਜਾਣ ਤੱਕ ਉਹਦਾ ਟੋਟਲੀ ਸਿਸਟਮ ਸਾਰਾ ਆਨਲਾਈਨ ਹੈ। ਉਸ 'ਚ ਅਸੀਂ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਮਸ਼ੀਨ ਲਰਨਿੰਗ AI ਦੀ, ਅਸੀਂ ਹੁਣ ਅੱਗੇ ਉਹ ਵੀ ਯੂਜ਼ ਕਰ ਰਹੇ ਹਾਂ। ਅੱਛਾ, ਅਸੀਂ ਉਸ ਨੂੰ ਕੋਈ ਯੂਜ਼ ਕਰ ਰਹੇ ਹਾਂ। ਜਿਸ ਤਰ੍ਹਾਂ ਫਾਰਮਿੰਗ ਦੇ ਵਿੱਚ ਕੀ ਹੁੰਦਾ ਸੀਗਾ, ਇਨਸਪੈਕਸ਼ਨਸ ਹੁੰਦੀਆਂ ਨੇ ਖੇਤਾਂ ਦੀਆਂ, ਅਸੀਂ ਉਸ ਦੇ ਵਿੱਚ ਡਰੋਨ ਦੇ ਥਰੂ ਦੀ ਇਨਸਪੈਕਸ਼ਨ ਦਾ, ਹੁਣ ਸਾਡਾ ਜਿਹੜਾ ਅਗਲਾ ਲੈਵਲ ਆ ਰਿਹਾ, ਡਰੋਨ ਦੇ ਥਰੂ ਇਨਸਪੈਕਸ਼ਨ ਹੋਏਗੀ। ਅੱਛਾ, ਉਹਦੇ 'ਚ ਸਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ % ਸਾਡੀ ਜਿਹੜੀ ਖੇਤੀ ਹੈ ਉਹ ਇਫੈਕਟਿਡ ਹੈ, ਔਰ ਕਿੰਨੀ % ਸਹੀ ਹੈ। ਅੱਛਾ ਜੀ, ਆਟੋਮੈਟਿਕ ਉਹ ਵੀਡੀਓ ਤੋਂ ਸਾਨੂੰ ਪਤਾ ਲੱਗ ਜਾਇਆ ਕਰੇਗਾ। ਸੋ ਨੈਕਸਟ ਅਸੀਂ ਡਰੋਨ ਦਾ ਯੂਜ਼ ਉਹਦੇ 'ਚ ਵੀ ਕਰ ਰਹੇ ਹਾਂ ਕਿ ਕਿਸ ਨੂੰ ਕਿੰਨੀ ਅੱਗੇ ਉਹਦੀ ਫਰਟੀਲਾਈਜ਼ਰ ਚਾਹੀਦਾ, ਕਿੰਨਾ ਨਹੀਂ ਚਾਹੀਦਾ, ਉਸ ਨੂੰ ਪਾਉਣ ਦੇ ਲਈ। ਤੇ ਇਹਦੇ ਵਾਸਤੇ ਐਕਸਪਰਟ ਚਾਹੀਦੇ ਹੁੰਦੇ ਆ। ਇਹਦੇ ਲਈ ਸਾਡੀ ਆਪਣੀ ਟੀਮ ਹੈ ਜੀ, IT ਐਕਸਪਰਟਸ ਜਿਹੜੇ ਨੇ ਸਾਡੇ ਕੋਲ, ਉਹੀ ਉਸ ਨੂੰ ਡਿਜ਼ਾਈਨ ਕਰ ਰਹੇ ਨੇ ਸੌਫਟਵੇਅਰ ਨੂੰ। ਔਰ ਆਲਰੇਡੀ ਸਾਡਾ ਜਲੰਧਰ 'ਚ ਉਹਨਾਂ ਦੇ ਜਿਹੜੇ 5-6 ਸਟੋਰਸ ਨੇ, ਉਹਨਾਂ ਦੇ ਸੈਂਟਰਲਾਈਜ਼ਡ ਸੌਫਟਵੇਅਰ ਚੱਲ ਰਿਹਾ। ਤੇ ਇਹਦਾ ਫਾਇਦਾ ਕੁਝ, ਇਹਦਾ ਇਨੀਸ਼ੀਅਲ ਫਾਇਦਾ ਕੋਈ ਨਿਕਲਿਆ? ਇਨੀਸ਼ੀਅਲ ਫਾਇਦਾ ਨਿਕਲਿਆ ਜੀ ਕੁਝ ਜੋ ਸੌਫਟਵੇਅਰ ਨੂੰ ਯੂਜ਼ ਕਰਨ ਤੋਂ ਪਹਿਲੇ ਹੋਇਆ ਕਿ ਕੋਲਡ ਸਟੋਰ 'ਚ ਬਹੁਤ ਸਾਰਾ ਸਮਾਨ ਪਿਆ ਹੁੰਦਾ ਸੀਗਾ ਪੋਟੈਟੋ ਦਾ, ਔਰ ਆਰਡਰ ਆਉਂਦਾ ਸੀਗਾ, ਉਦੋਂ ਰਜਿਸਟਰ 'ਚੋਂ ਦੇਖਣਾ ਪੈਂਦਾ ਸੀਗਾ ਓਨਰ ਨੂੰ ਵੀ ਮੇਰੇ ਕੋਲ ਕਿੰਨਾ ਮਾਲ ਪਿਆ, ਕਿੰਨਾ ਚਲਾ ਗਿਆ। ਜੇ ਰਜਿਸਟਰ ਮਿਸ ਹੋ ਗਿਆ ਤੇ ਮਾਲ ਅੰਦਰ ਖਰਾਬ ਹੋ ਜਾਂਦਾ ਸੀਗਾ, ਬਟ ਦੱਸ ਨਹੀਂ ਪਾਉਂਦੇ ਸੀਗੇ ਜੀ ਇੰਨਾ ਮਾਲ ਪਿਆ। ਇਹਦੇ 'ਚ ਜੇ ਓਨਰ USA ਵੀ ਬੈਠਾ ਨਾ, ਉੱਥੇ ਬੈਠ ਕੇ ਵੀ ਦੇਖ ਲੈਂਦਾ ਆਪਣੇ ਅਕਾਊਂਟ 'ਚੋਂ ਵੀ ਇਸ ਸਮੇਂ ਸਟੋਰ 'ਚ ਇੰਨਾ ਮਾਲ ਪਿਆ, ਇੰਨਾ ਮਾਲ ਨਿਕਲ ਗਿਆ। ਤੁਸੀਂ ਇਹਦਾ ਤਾਂ ਨਹੀਂ ਕਿਸਾਨ ਦੀ ਕਾਸਟ ਵੱਧ ਜਾਏਗੀ? ਨਹੀਂ ਜੀ, IT ਦੀ ਦੇਖੋ ਜੀ, ਇਹਦੇ ਨਾਲ ਕਰਨ ਦੇ ਨਾਲ ਸਾਡੀ ਕੋਸਟ ਘਟੀ ਹੈ। ਅੱਛਾ, ਜਿਹੜਾ ਤੁਹਾਡਾ ਹੈ ਨਾ ਪੁਆਇੰਟ ਟੇਬਲ ਆ, ਇਨਸਪੈਕਸ਼ਨ ਕਰਨੀ ਪੈਂਦੀ ਸੀਗੀ। ਇਨਸਪੈਕਸ਼ਨ 'ਚ ਕੀ ਹੁੰਦਾ ਸੀਗਾ, ਜਦੋਂ ਲੋਕ ਖੇਤਾਂ 'ਚ ਜਾਂਦੇ ਸੀਗੇ, ਉਹ ਸ਼ਾਮ ਨੂੰ ਆ ਕੇ ਓਨਰ ਨੂੰ ਰਿਪੋਰਟ ਕਰ ਦਿੰਦੇ ਸੀਗੇ ਜੀ ਅਸੀਂ ਇੰਨੀ ਖੇਤ ਦੇਖ ਆਏ ਹਾਂ। ਹੁਣ ਉੱਥੇ ਉਹ ਇੰਨੀ ਖੇਤ ਦੇਖਦੇ ਨਹੀਂ ਸੀਗੇ, ਬਟ ਉਹ ਸ਼ਾਮ ਨੂੰ ਕਹਿ ਦਿੰਦੇ ਸੀ ਜੀ ਅਸੀਂ ਇੰਨਾ ਖੇਤ 'ਤੇ ਜਾ ਕੇ ਦੇਖ ਕੇ ਆਏ ਹਾਂ, ਇੱਥੇ ਕੁਝ ਵੀ ਨਹੀਂ ਹੈ। ਬਟ ਜਦੋਂ ਪ੍ਰੋਡਕਸ਼ਨ ਹੁੰਦੀ ਸੀ, ਪਤਾ ਲੱਗਦਾ ਸੀ ਵੀ ਉੱਥੇ ਕੀੜਾ ਲੱਗਿਆ ਹੋਇਆ ਖੇਤ ਨੂੰ। ਹੁਣ ਇਸ 'ਚ ਕੋਈ ਝੂਠ ਨਹੀਂ ਚੱਲੇਗਾ। ਇਹਦੇ 'ਚ ਜਿੰਨਾ ਏਰੀਆ ਕਵਰ ਕੀਤਾ ਵਾ ਡਰੋਨ ਨੇ, ਉਹ ਪਤਾ ਲੱਗ ਜਾਂਦਾ ਵੀ ਇੰਨਾ ਏਰੀਆ ਕਵਰ ਕੀਤਾ ਹੈ। ਤੇ ਦੈਟ ਮੀਨਸ ਕਿ ਮੋਨੀਟਰਿੰਗ ਜਿਹੜੀ ਹੈ, ਮੋਨੀਟਰਿੰਗ ਹੋ ਰਹੀ ਹੈ ਜੀ, ਰੀਅਲ ਟਾਈਮ ਮੋਨੀਟਰਿੰਗ ਹੋ ਰਹੀ ਹੈ। ਠੀਕ ਹੈ ਜੀ।
ਤੇ ਹੁਣ ਥ੍ਰੈਟ ਦੀ ਗੱਲ ਕਰੀਏ, ਆਖਰੀ ਪ੍ਰਸ਼ਨ ਸਾਡਾ ਇਹ ਹੈਗਾ ਕਿ ਹਿੰਦੁਸਤਾਨ ਨੂੰ ਕਿਉਂਕਿ ਪਿੱਛੇ ਚਾਈਨਾ ਨੇ ਨਾ ਹਮਲੇ ਕੀਤੇ, ਸਾਈਬਰ ਅਟੈਕ ਕੀਤੇ ਕਾਫੀ, ਆਸਟ੍ਰੇਲੀਆ ਤੇ ਕੀਤਾ, ਹਿੰਦੁਸਤਾਨ ਤੇ ਵੀ ਕਹਿੰਦੇ ਬਹੁਤ ਵੱਡਾ ਅਟੈਕ ਹੋਇਆ ਸੀ। ਤੇ ਉਹ ਅਟੈਕ ਕੀ ਹੁੰਦਾ, ਸਾਈਬਰ ਅਟੈਕ ਕੀ ਹੁੰਦਾ ਹੈ ਤੇ ਉਹਨੂੰ ਕਿੱਦਾਂ ਆਪਾਂ ਉਹਦਾ ਮੁਕਾਬਲਾ ਕਿੱਦਾਂ ਕਰਨਾ ਹੈ? ਦੇਖੋ ਜੀ, ਸਾਈਬਰ ਅਟੈਕ ਡਿਫਰੈਂਟ ਟਾਈਪਸ ਦੇ ਹੁੰਦੇ ਨੇ। ਇੱਕ ਹੁੰਦਾ ਹੈ ਸਾਈਬਰ ਅਟੈਕ ਹੋ ਗਿਆ ਵੀ ਗਵਰਨਮੈਂਟ ਡਿਪਾਰਟਮੈਂਟ 'ਚ ਹੋ ਗਿਆ, ਠੀਕ ਹੈ। ਇੱਕ ਹੁੰਦਾ ਹੈ ਪਬਲਿਕ ਸਾਈਬਰ ਅਟੈਕ, ਇਹ ਤਾਂ ਸੀਗਾ ਕਿ ਗਵਰਨਮੈਂਟ ਡਿਪਾਰਟਮੈਂਟ ਤੇ। ਇੱਕ ਹੁੰਦਾ ਪਬਲਿਕ ਚ ਆਂਦਾ ਜਿੱਦਾਂ ਰੈਂਸਮਵੇਅਰ ਇੱਕ ਵਾਇਰਸ ਆਇਆ ਸੀਗਾ, ਉਹ ਸਾਰੀਆਂ ਫਾਈਲਾਂ ਇਨਕ੍ਰਿਪਟਡ ਕਰ ਦਿੰਦਾ ਸੀਗਾ ਮੇਲ ਦੇ ਥਰੂ। ਇੱਕ ਮੇਲ ਆਂਦੀ ਸੀ, ਉੱਥੇ ਤੁਸੀਂ ਕਲਿੱਕ ਕਰਦੇ ਸੀਗੇ, ਤੁਹਾਡਾ ਸਾਰਾ ਕੰਪਿਊਟਰ ਦੀ ਫਾਈਲ ਜਿਹੜੀਆਂ ਸੀ ਇਨਕ੍ਰਿਪਟਡ ਹੋ ਜਾਂਦੀਆਂ ਸੀ, ਤੁਸੀਂ ਉਹਨੂੰ ਪੜ੍ਹ ਨਹੀਂ ਸਕਦੇ ਸੀ। ਉਹ ਹੁੰਦਾ ਪਬਲਿਕ ਦੇ ਵਿੱਚ ਅਸੀਂ ਕਰ ਦਿੱਤਾ। ਇੱਕ ਹੁੰਦਾ ਪ੍ਰਾਈਵੇਟ ਸਾਈਬਰ ਅਟੈਕ। ਪ੍ਰਾਈਵੇਟ ਹੁੰਦਾ ਜਿਸ ਤਰ੍ਹਾਂ ਅਸੀਂ ਪਰਸਨ ਟੂ ਪਰਸਨ ਕਿਸੇ ਨੂੰ ਉਹਦੇ ਬੈਂਕ ਦੀ ਇਨਫੋਰਮੇਸ਼ਨ ਲੈ ਲਈ। ਇਹ ਤਾਂ ਹੁੰਦਾ ਜਦੋਂ ਸਾਨੂੰ ਅਵੇਅਰਨੈਸ ਨਹੀਂ, ਜਿੱਦਾਂ ਮੈਂ ਪਹਿਲੇ ਗੱਲ ਕੀਤੀ ਨਾ, ਅਸੀਂ ਕਿਹੜੀ ਵੈਬਸਾਈਟ ਦੇ ਵਿੱਚ ਆਪਣੀ ਇਨਫੋਰਮੇਸ਼ਨ ਭਰਨੀ ਹੈ ਤੇ ਕਿਹਦੇ 'ਚ ਨਹੀਂ ਭਰਨੀ ਹੈ, ਇਹ ਨਹੀਂ ਸਾਨੂੰ ਪਤਾ ਹੁੰਦਾ। ਤੇ ਉਹਦੇ ਲਈ ਫਿਰ ਚਲੋ ਠੀਕ ਹੈ, ਅਸੀਂ ਦਰਸ਼ਕਾਂ ਨੂੰ ਵਾਅਦਾ ਕਰਦੇ ਹਾਂ ਕਿ ਡਾਕਟਰ ਸਾਹਿਬ ਦਾ ਇੱਕ ਲੈਕਚਰ ਹੋਰ ਹੋਏਗਾ ਸਪੈਸ਼ਲੀ ਇਹਦੇ ਤੇ ਕਿ ਆਪਾਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆਪਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ ਆਈਟੀ ਦੇ ਵਿੱਚ। ਜੀ ਹਾਂ, ਕੋਰੋਨਾ ਦੇ ਵਿੱਚ ਤੁਸੀਂ ਮਾਸਕ ਔਰ ਹਰ ਚੀਜ਼ਾਂ ਤੁਸੀਂ ਇਸਤੇਮਾਲ ਕਰ ਰਹੇ ਹੋ, ਸੋਸ਼ਲ ਡਿਸਟੈਂਸਿੰਗ। ਤੇ ਅੱਜ ਦੇ ਟਾਕਿੰਗ ਪੁਆਇੰਟ ਦੇ ਵਿੱਚ ਬਸ ਇਤਨਾ ਹੀ। ਤੇ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਹਿੰਦੁਸਤਾਨੀ ਟੋਟਲੀ ਅਸੀਂ ਕੈਪੇਬਲ ਹੈਗੇ ਹਾਂ, ਈਵਨ ਤੋਂ ਜਲੰਧਰ 'ਚ ਬਹਿ ਕੇ ਵੀ ਟਿਕਟੌਕ ਲੈਵਲ ਦੀ ਕੋਈ ਵੀ ਐਪਲੀਕੇਸ਼ਨ ਬਣ ਸਕਦੀ ਹੈ, ਬਸ਼ਰਤੇ ਸਰਕਾਰ ਜਿਹੜੀ ਹੈ ਉਹ ਕੁਝ ਪਾਲਿਸੀਜ਼ ਦੇ ਵਿੱਚ ਚੇਂਜ ਲੈ ਕੇ ਆਵੇ। ਔਰ ਹੋਰ ਤਾਂ ਐਸੀ ਕੁਝ ਚਾਹੀਦਾ ਨਹੀਂ ਡਾਕਟਰ ਸਾਹਿਬ, ਹੈ ਨਾ? ਇਹ ਚਾਹੀਦਾ ਕਿ ਕਰ ਸਕਦਾ ਥੋੜੀ ਪਾਲਿਸੀਜ਼ ਔਰ ਕੁਝ ਜਿਹੜੇ ਸਾਡੇ ਹਿੰਦੁਸਤਾਨੀ ਜਿਹੜੇ ਉਹ ਥੋੜੇ ਲਿਟਰੇਟ ਹੋ ਜਾਣ ਬਿਲਕੁਲ ਉਹਦੇ ਦੇ ਵਿੱਚ। ਤੇ ਅਗਲੇ ਟੌਪਿਕ ਤੱਕ, ਅਗਲੇ ਮੁੱਦੇ ਤੱਕ ਟਾਕਿੰਗ ਪੁਆਇੰਟ ਦੇ ਮੈਨੂੰ ਰਵੀ ਰੌਣਕ ਨੂੰ ਹੁਣ ਵਿਦਾ ਦਿਓ। ਧੰਨਵਾਦ ਜੀ।